ਹੈਲੋ ਦੋਸਤੋ, ਇੱਕ ਹੋਰ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ। ਬਹੁਤ ਸਾਰੇ ਬੱਚਿਆਂ ਦੇ ਜਿਹੜੇ ਕਮੈਂਟ ਆ ਰਹੇ ਸੀ, ਮੈਸੇਜ ਆ ਰਹੇ ਸੀ ਕਿ ਸਰ ਨੈਕਸਟ ਚੈਪਟਰ ਸਟਾਰਟ ਕਰਵਾਓ। ਤਾਂ ਹੁਣ ਨੈਕਸਟ ਚੈਪਟਰ ਲੈ ਕੇ ਆਏ ਹਾਂ ਤੁਹਾਡੇ ਲਈ। ਹੁਣ ਇਸ ਤੋਂ ਬਾਅਦ ਆਪਾਂ ਕੀ ਹੈ, ਤੁਹਾਨੂੰ ਇੱਕ ਦੋ ਚੀਜ਼ਾਂ ਨੋਟ ਕਰ ਲਿਓ। ਇੱਕ ਤਾਂ ਆਪਣਾ ਕਾਪੀ ਪੈਨ ਕੋਲ ਰੱਖਿਓ ਨੋਟਸ ਬਣਾਉਣ ਵਾਸਤੇ। ਤਾਂ ਨੈਕਸਟ ਹੈ ਜੀ, ਇਸ ਵੀਡੀਓ ਦੇ ਵਿੱਚ ਆਪਾਂ ਸਾਰੀਆਂ ਡੈਫੀਨੇਸ਼ਨਾਂ ਕੰਪਲੀਟ ਕਰ ਲੈਣੀਆਂ ਜਿੰਨੀਆਂ ਵੀ ਹੈਗੀਆਂ। ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਊਗੀ। ਆਪਾਂ ਸਮ ਹੈ ਜਿਹੜੇ ਉਹ ਸਮ ਜਿਹੜੇ ਐਂਡ ਦੇ ਵਿੱਚ ਕਰਾਂਗੇ। ਜਿਹੜੇ ਛੋਟੇ ਛੋਟੇ ਫਾਰਮੂਲਾ ਵਾਈਜ਼ ਸਮ ਬਣਦੇ ਆ ਉਹ ਬਾਅਦ ਦੇ ਵਿੱਚ ਜਦੋਂ ਸਾਰੇ ਆਪਣੇ ਚੈਪਟਰ ਕੰਪਲੀਟ ਹੋ ਗਏ ਉਸ ਤੋਂ ਬਾਅਦ ਐਂਡ ਦੇ ਵਿੱਚ ਜਿਹੜੀਆਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਨਾਲ MCQ ਵੀ ਕਰਦੇ ਰਹਾਂਗੇ ਉਹਨਾਂ ਦੇ ਨਾਲ। ਤਾਂ ਜਿਹੜੇ ਤੁਹਾਨੂੰ ਕੀ ਹੈ ਸਮ ਦੇ ਨਾਲ ਨਾਲ MCQ ਵੀ ਕਲੀਅਰ ਆਊਟ ਹੋ ਜਾਣ ਤੇ ਤੁਹਾਡੀ ਰਿਵੀਜ਼ਨ ਵੀ ਹੋ ਜਾਏ। ਇੱਕ ਵੀਡੀਓ ਦੇ ਵਿੱਚ ਇਸ ਦੇ ਵਿੱਚ ਸਾਰੀਆਂ ਟੋਟਲ ਡੈਫੀਨੇਸ਼ਨਾਂ ਕਵਰ ਕੀਤੀਆਂ ਹੋਈਆਂ। ਜਿਹੜੇ ਫਾਰਮੂਲੇ ਆ ਉਹ ਵੀ ਬਣਾਏ ਹੋਏ ਆ, ਉਹ ਵੀ ਨੋਟ ਡਾਊਨ ਕਰ ਲਿਓ ਨਾਲ ਨਾਲ। ਤੁਹਾਨੂੰ ਇਸ ਤੋਂ ਬਾਅਦ ਹੋਰ ਕੋਈ ਵੀਡੀਓ ਵੇਖਣ ਦੀ ਲੋੜ ਨਹੀਂ। ਆਪਣੀਆਂ ਲਾਈਵ ਕਲਾਸਾਂ ਜਿਹੜੀਆਂ ਚੱਲ ਰਹੀਆਂ, ਮੌਕ ਟੈਸਟ 11 ਤੋਂ 12, ਸਾਇੰਸ ਦੀਆਂ ਕਲਾਸਾਂ ਵੀ ਮਾਸਟਰ ਕੈਡਰ ਦੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਤਾਂ ਜਿਹੜੇ ਰਾਤ ਨੂੰ ਮੈਥ ਦੀਆਂ ਕਲਾਸਾਂ ਸਰ ਲਾਉਂਦੇ ਆ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਆ 10 ਤੋਂ 11। ਚਲੋ ਆਪਾਂ ਹੁਣ ਸ਼ੁਰੂ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ ਹੋਏ। ਫਸਟ ਆਪਣੇ ਕੋਲ ਕੀ ਹੈਗਾ ਜੀ, ਫੋਰਸ ਦੇ ਵਿੱਚ ਇਹਨਾਂ ਨੇ ਕੀ ਕੀਤਾ ਹੋਇਆ, ਛੋਟੀ ਜਿਹੀ ਐਗਜ਼ਾਮਪਲ ਦਿੱਤੀ ਹੋਈ ਹੈ ਕਿ ਫੋਰਸ ਹੈ ਜਿਹੜੀ ਇਹਦੀ ਪਹਿਲਾਂ ਤਾਂ ਡੈਫੀਨੇਸ਼ਨ ਪੜ੍ਹ ਲਓ। ਬਲ ਉਹ ਬਾਹਰੀ ਕਾਰਕ ਹੈ। ਫੋਰਸ ਬਲ ਹੈ ਜਿਹੜਾ ਉਹ ਬਾਹਰੀ ਕਾਰਕ ਹੈ ਜੋ ਕਿਸੇ ਵਿਰਾਮ ਅਵਸਥਾ ਵਿੱਚ ਜਾਂ ਇੱਕ ਸਮਾਨ ਗਤੀ ਕਰ ਰਹੀ ਵਸਤੂ ਦੀ ਅਵਸਥਾ ਬਦਲ ਦਿੰਦਾ ਜਾਂ ਉਹਨੂੰ ਬਦਲ ਸਕਦਾ ਜਾਂ ਬਦਲਣ ਦੀ ਕੋਸ਼ਿਸ਼ ਕਰਦਾ। ਜਿਵੇਂ ਹੁਣ ਦੇਖੋ, ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇ ਨਾਲ ਸਮਝਾਉਣਾ। ਮੰਨ ਲਓ ਇੱਕ ਬੋਲ ਹੈ, ਠੀਕ ਹੈ ਜੀ। ਆਪਣੀ ਬੁੱਕ ਦੇ ਵਿੱਚ ਵੀ ਇਹੀ ਐਗਜ਼ਾਮਪਲ ਦਿੱਤੀ ਹੋਈ ਹੈ। ਬੋਲ ਹੈਗੀ ਹੈ, ਬੋਲ ਇੱਕ ਤਾਂ ਜਿਵੇਂ ਚੱਲ ਰਹੀ ਹੈ, ਠੀਕ ਹੈ ਜੀ। ਉਹ ਮੰਨ ਲਓ ਕਿਸੇ ਸਪੋਰਟਸਮੈਨ ਦੀ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, ਜਿਵੇਂ ਕ੍ਰਿਕਟ ਦੀ ਲੈ ਲਓ। ਬੋਲ ਆਪਣੀ ਕੀ ਹੈ, ਬੈਟ ਨਾਲ ਲੱਗ ਕੇ ਉਹਦੀ ਗਤੀ ਕਰ ਰਹੀ ਹੈ। ਉਸ ਤੋਂ ਬਾਅਦ ਅੱਗੋਂ ਫੀਲਡਰ ਆ ਜਾਂਦਾ ਕੋਈ ਨਾ ਕੋਈ, ਠੀਕ ਹੈ ਜੀ। ਉਹ ਜਿਹੜਾ ਫੀਲਡਰ ਹੈ ਉਹ ਬੋਲ ਨੂੰ ਰੋਕ ਲੈਂਦਾ। ਉਹ ਪਹਿਲਾਂ ਕੀ ਕਰ ਰਹੀ ਸੀ, ਗਤੀ ਕਰ ਰਹੀ ਸੀ, ਸਮਾਨ ਗਤੀ ਕਰ ਰਹੀ ਸੀ। ਉਸ ਤੋਂ ਬਾਅਦ ਕੀ ਹੋਇਆ, ਜਿਹੜਾ ਬਾਹਰੀ ਕਾਰਕ ਲੱਗ ਗਿਆ ਉਹਦੇ 'ਤੇ। ਬਾਹਰੀ ਕਾਰਕ ਕਿਹੜਾ ਲਾਇਆ, ਬਲ। ਕਿੰਨੇ, ਫੀਲਡਰ ਦੁਆਰਾ ਲੱਗਿਆ, ਠੀਕ ਹੈ ਜੀ। ਇੰਨਾ ਕਲੀਅਰ ਆਊਟ ਤੁਹਾਨੂੰ। ਜਦੋਂ ਫੀਲਡਰ ਦੁਆਰਾ ਬਾਹਰੀ ਕਾਰਕ ਬੋਲ 'ਤੇ ਲਾਇਆ ਗਿਆ, ਬਲ ਲਾਇਆ ਗਿਆ, ਤਾਂ ਉਹ ਕੀ ਹੋਇਆ, ਉਹਦੀ ਗਤੀ ਵਿੱਚ ਪਰਿਵਰਤਨ ਆ ਗਿਆ। ਜਾਂ ਤਾਂ ਉਹ ਸਲੋ ਹੋ ਗਈ ਹੋਣੀ ਹੈ, ਜੇ ਤਾਂ ਤੇਜ਼ ਹੋਈ, ਬਹੁਤ ਜ਼ਿਆਦਾ ਤੇਜ਼ ਹੋਈ, ਠੀਕ ਹੈ ਜੀ, ਤਾਂ ਉਹਦੀ ਕੀ ਹੈ, ਅਵਸਥਾ ਬਦਲ ਗਈ। ਅਤੇ ਜੇ ਉਹ ਸਲੋ ਮੋਸ਼ਨ 'ਚ ਹੋਈ ਜਾਂ ਮੀਡੀਅਮ ਜਿਵੇਂ ਮੋਸ਼ਨ ਦੇ ਵਿੱਚ ਹੋਈ, ਤਾਂ ਜਿਹੜੇ ਉਹ ਫੀਲਡਰ ਨੇ ਕੀ ਕੀਤਾ, ਉਹਨੂੰ ਬਿਲਕੁਲ ਹੀ ਆਰਾਮ ਅਵਸਥਾ ਦੀ ਜਾਂ ਵਿਰਾਮ ਅਵਸਥਾ ਦੇ ਵਿੱਚ ਲੈ ਜਾਂਦਾ। ਇਹ ਸੀਗਾ, ਇਹ ਕਾਹਦੇ ਕਾਰਨ ਹੋਇਆ ਸਾਰਾ, ਬਲ ਦੇ ਕਾਰਨ। ਸਮਝ ਲੱਗ ਗਿਆ ਜੀ ਇਹਨਾਂ ਸਾਰਿਆਂ ਨੂੰ। ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਬਲ ਦੀ ਲੈ ਕੇ ਇੱਕ ਹੋਰ ਦੇ ਦੇਣਾ। ਜਿਵੇਂ ਮੰਨ ਲਓ ਆਪਣੀ ਬੈਲ ਗੱਡੀ ਆ, ਠੀਕ ਹੈ ਜੀ। ਬੈਲ ਆਪਣਾ ਖੜਾ ਹੋਇਆ ਇੱਥੇ, ਅਤੇ ਉਸ ਤੋਂ ਬਾਅਦ ਕੀ ਹੈ, ਕਿਸਾਨ ਨੇ ਬੈਲ ਨੂੰ ਨਾਲ ਜੋੜਨਾ ਗੱਡੀ ਦੇ। ਤਾਂ ਉਹ ਚੁੱਪ ਕਰਕੇ ਖੜਾ ਹੋਇਆ। ਉਸ ਤੋਂ ਬਾਅਦ ਕਿਸਾਨ ਕੀ ਕਰੂਗਾ, ਉਹਦੇ ਗਲ ਦੇ ਵਿੱਚ ਜਿਹੜਾ ਰੱਸਾ ਪਾਇਆ ਹੋਇਆ ਜਾਂ ਉਹਦੇ ਗਲ ਦੇ ਵਿੱਚ ਕੋਈ ਸੰਗਲ ਵਗੈਰਾ ਕੁਛ ਵੀ ਪਾਇਆ ਹੋਇਆ, ਉਹਨੂੰ ਕੀ ਕਰੂਗਾ, ਪੇੜ ਤੋਂ ਲਾ ਕੇ ਅਤੇ ਉਹਨੂੰ ਜਿਹੜਾ ਖਿੱਚ ਕੇ ਲਿਆਊਗਾ ਇੱਧਰੋਂ। ਉਹ ਜਿਹੜਾ ਸੰਗਲ ਖਿੱਚੂਗਾ ਉਹ ਕਾਹਦੇ ਨਾਲ ਖਿੱਚੂਗਾ, ਬਲ ਨਾਲ। ਬਲ ਕਿਹੜਾ ਹੋ ਗਿਆ, ਬਾਹਰੀ ਕਾਰਕ ਹੋ ਗਿਆ। ਜਿਹੜਾ ਬੈਲ ਖੜਾ ਹੋਇਆ ਉਹ ਕਾਹਦੇ ਵਿੱਚ ਹੈ, ਵਿਰਾਮ ਅਵਸਥਾ ਦੇ ਵਿੱਚ, ਠੀਕ ਹੈ ਜੀ। ਜਦੋਂ ਵਿਰਾਮ ਅਵਸਥਾ ਦੇ ਵਿੱਚ ਬੈਲ ਦਾ ਸੰਗਲ ਖਿੱਚਦਾ ਹੈ ਤਾਂ ਬੈਲ ਦੇ ਵਿੱਚ ਕੀ ਆ ਜਾਂਦਾ, ਗਤੀ ਕਾਹਦੇ ਨਾਲ ਆਉਂਦੀ ਹੈ, ਬਲ ਨਾਲ। ਕਿਉਂਕਿ ਉਹ ਜਿਹੜਾ ਬਾਹਰੀ ਕਾਰਕ ਹੈ, ਜਿਹੜਾ ਬਲ ਹੈ, ਉਹ ਕੀ ਕਰਨ ਦੀ ਸ਼ਮਤਾ ਰੱਖਦਾ ਕਿ ਜਿਹੜੀ ਵਿਰਾਮ ਅਵਸਥਾ ਦੇ ਵਿੱਚ ਇੱਕ ਸਮਾਨ ਗਤੀ ਕਰ ਰਹੀ ਹੈ ਵਸਤੂ, ਜਾਂ ਕੀ ਹੈ, ਗਤੀ ਕਰ ਰਹੀ ਹੈ ਜਾਂ ਵਿਰਾਮ ਅਵਸਥਾ ਦੇ ਵਿੱਚ ਹੈ, ਉਹਦੀ ਦਿਸ਼ਾ ਕੀ ਹੈ, ਬਦਲ ਦਿੰਦਾ ਜਾਂ ਉਹਨੂੰ ਰੋਕ ਦਿੰਦਾ। ਬਿਲਕੁਲ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਊਗੀ ਜੀ ਫੋਰਸ ਦੀ ਤੁਹਾਨੂੰ ਚੰਗੀ ਤਰ੍ਹਾਂ ਡੈਫੀਨੇਸ਼ਨ। ਅੱਗੋਂ ਆਪਾਂ ਕਰਦੇ ਹਾਂ ਬਲ ਕਿਹੜੀ ਰਾਸ਼ੀ ਹੈ। ਆਪਾਂ ਜਿਹੜੀਆਂ ਫਸਟ ਚੈਪਟਰ ਜਿਨ੍ਹਾਂ ਨੇ ਨਹੀਂ ਦੇਖਿਆ ਦੇਖ ਲਿਓ। ਦੋ ਰਾਸ਼ੀਆਂ ਹੁੰਦੀਆਂ, ਸਦਿਸ਼ ਅਤੇ ਅਦਿਸ਼ ਰਾਸ਼ੀ। ਵੈਕਟਰ ਕੁਆਂਟਿਟੀ, ਬਲ ਕਿਹੜੀ ਰਾਸ਼ੀ ਹੈ, ਵੈਕਟਰ ਕੁਆਂਟਿਟੀ। ਵੈਕਟਰ ਕੁਆਂਟਿਟੀ ਦੇ ਵਿੱਚ ਹੁੰਦਾ ਕੀ ਹੈ, ਪਰਿਮਾਣ ਅਤੇ ਦਿਸ਼ਾ ਦੋਨੋਂ ਚੀਜ਼ਾਂ ਹੁੰਦੀਆਂ। ਦੇਖੋ ਇੱਕ ਇਹਦੀ ਐਗਜ਼ਾਮਪਲ ਦੱਸ ਦੇਣਾ, ਫਾਰਮੂਲਾ ਆਪਾਂ ਬਾਅਦ ਦੇ ਵਿੱਚ ਕਰਦੇ ਹਾਂ। ਮੰਨ ਲਓ ਇੱਕ ਬਾਕਸ ਪਿਆ ਹੋਇਆ ਇੱਥੇ, ਠੀਕ ਹੈ ਜੀ। ਬਾਕਸ ਇੱਥੇ ਪਿਆ ਹੋਇਆ, ਜੇ ਆਪਾਂ ਉਹਨੂੰ ਧੱਕਾ ਮਾਰਾਂਗੇ, ਬਲ ਲਾਵਾਂਗੇ ਉਹਨਾਂ 'ਤੇ, ਉਹ ਇਹ ਤਾਂ ਹੈ ਨਹੀਂ ਕਿ ਫਾਲਤੂ ਹੀ ਆਪਾਂ ਬਲ ਲਾਉਣ ਲੱਗ ਜਾਂਗੇ ਕਿ ਕੋਈ ਆਦਮੀ ਆਇਆ ਤੁਰਿਆ ਜਾਂਦਾ ਇੱਥੋਂ ਅਤੇ ਬਾਕਸ 'ਤੇ ਬਲ ਲਾਉਣ ਲੱਗ ਗਿਆ। ਇਹ ਕਦੇ ਵੀ ਨਹੀਂ ਹੋਊਗਾ। ਬਾਕਸ ਪਿਆ ਹੋਇਆ, ਠੀਕ ਹੈ ਜੀ। ਬਾਕਸ ਪਿਆ ਹੋਇਆ ਤਾਂ ਉਹਦੇ 'ਤੇ ਬਲ ਤਾਂ ਲਾਵਾਂਗੇ ਜੇ ਆਪਾਂ ਬਾਕਸ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਜਾਣਾ। ਮਤਲਬ ਆਪਣੇ ਕੋਲ A ਪੁਆਇੰਟ ਤੋਂ B ਪੁਆਇੰਟ 'ਤੇ ਜਾਣਾ, ਅਤੇ B ਪੁਆਇੰਟ ਆਪਣੇ ਕੋਲ ਕੀ ਹੈਗਾ, ਮਤਲਬ ਮੰਨ ਲਓ ਇੱਥੋਂ 100 ਮੀਟਰ ਦੂਰ ਹੈ। B ਪੁਆਇੰਟ ਆਪਣੇ ਕੋਲ ਹੈਗਾ, A ਪੁਆਇੰਟ 'ਤੇ ਬਾਕਸ ਪਿਆ ਹੋਇਆ। ਆਪਣੇ ਕੋਲ ਕੀ ਹੈਗਾ, ਪਰਿਮਾਣ ਵੀ ਹੈਗਾ ਅਤੇ ਦਿਸ਼ਾ ਵੀ ਹੈਗੀ ਹੈ। ਇਸੇ ਕਰਕੇ ਜਿਹੜਾ ਬਲ ਹੈ ਉਹ ਸਦਿਸ਼ ਰਾਸ਼ੀ ਹੈ, ਜਿਹਦੇ ਦੋਨੋਂ ਪੁਆਇੰਟ ਹੈ ਪਰਿਮਾਣ ਅਤੇ ਦਿਸ਼ਾ। ਇਸੇ ਕਰਕੇ ਇਹਨੂੰ ਕੀ ਕਹਿੰਦੇ ਆ, ਵੈਕਟਰ ਕੁਆਂਟਿਟੀ। ਨੈਕਸਟ ਇਹਦਾ ਫਾਰਮੂਲਾ ਯਾਦ ਰੱਖ ਲਿਓ। ਜਿਹੜਾ ਫੋਰਸ ਦਾ ਫਾਰਮੂਲਾ ਕੀ ਹੁੰਦਾ, ਮਾਸ ਮਲਟੀਪਲਾਈ ਐਕਸਲਰੇਸ਼ਨ। ਕਲੀਅਰ ਹੈ ਜੀ ਸਾਰਿਆਂ ਨੂੰ।
एक्सलरेशन बारे ਆਪਾਂ ਪੜਿਆ ਹੋਇਆ ਪਿੱਛੇ ਵੀ, ਜੇ ਅੱਗੇ ਵੀ ਥੋੜਾ ਜਿਹਾ ਡਿਸਕਸ ਕਰ ਲਾਂਗੇ। ਜਿਨ੍ਹਾਂ ਨੂੰ ਨਹੀਂ ਪਤਾ, ਜਿਹੜੇ ਬੱਚੇ ਆਏ ਵੈਸੇ ਉਹ ਪਿਛਲੀ ਵੀਡੀਓ ਜ਼ਰੂਰ ਦੇਖਣ, ਫਿਰ ਹੀ ਉਹਨਾਂ ਨੂੰ ਇਹਲੇ ਪੁਆਇੰਟ ਹੈ ਜਿਹੜੇ ਕਲੀਅਰ ਆਊਟ ਹੋਣਗੇ ਚੰਗੀ ਤਰ੍ਹਾਂ। ਹੁਣ ਨੈਕਸਟ ਦੇਖ ਲਓ, SI ਯੂਨਿਟ ਫਾਰਮੂਲਾ ਫੋਰਸ ਦਾ। SI ਯੂਨਿਟ ਕੀ ਹੈ? ਮਾਸ ਨੂੰ ਆਪਾਂ ਕਾਹਦੇ ਦੇ ਵਿੱਚ ਲਿਖ ਸਕਦੇ ਹਾਂ? kg ਦੇ ਵਿੱਚ। ਤੇ ਜਿਹੜਾ ਐਕਸਲਰੇਸ਼ਨ ਨੂੰ ਮੀਟਰ ਪ੍ਰਤੀ ਸੈਕਿੰਡ ਦੇ ਵਿੱਚ। ਠੀਕ ਹੈ ਜੀ। ਇੱਥੇ -2 ਕਿਉਂ ਆਇਆ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ ਵੀ, ਤੇ ਪਿਛਲੀ ਵੀਡੀਓ ਦੇ ਵਿੱਚ ਵੀ ਕੀਤਾ ਹੋਇਆ। ਤੁਸੀਂ ਬਸ ਇੰਨੀ ਚੀਜ਼ ਯਾਦ ਰੱਖਣੀ ਹੈ, ਫਾਰਮੂਲਾ ਯਾਦ ਰੱਖਣਾ। ਫੋਰਸ ਦਾ ਹੈਗਾ ਮਾਸ ਮਲਟੀਪਲਾਈ ਐਕਸਲਰੇਸ਼ਨ, ਇਹ ਚੀਜ਼ ਯਾਦ ਰੱਖਣੀ ਹੈ ਬਸ। ਨੈਕਸਟ ਆਪਾਂ ਚੱਲਦੇ ਹਾਂ ਜੀ। ਹੁਣ ਨੈਕਸਟ ਆਪਣੇ ਕੋਲ ਐਕਸਲਰੇਸ਼ਨ ਕੀ ਹੁੰਦਾ? ਪ੍ਰਵੇਗ। ਪਹਿਲਾਂ ਵੀ ਕੀਤਾ ਹੈ, ਫਿਰ ਛੋਟਾ ਜਿਹਾ ਦੱਸ ਦੇਣਾ ਪੁਆਇੰਟ ਕਿ ਕੀ ਹੁੰਦਾ। ਵੇਗ ਹੈ ਜਿਹੜਾ, ਵੇਗ ਦੇ ਸਮੇਂ ਦੇ ਨਾਲ ਬਦਲਣ ਦੀ ਦਰ ਨੂੰ ਪ੍ਰਵੇਗ ਕਹਿੰਦੇ ਆ। ਜਿਹੜਾ ਪ੍ਰਵੇਗ ਹੁੰਦਾ, ਠੀਕ ਹੈ ਜੀ, ਇਹ ਵੇਗ ਦੇ ਸਮੇਂ ਦੇ ਨਾਲ ਬਦਲਣ ਦੀ ਦਰ ਨੂੰ ਪ੍ਰਵੇਗ ਕਹਿੰਦੇ ਆ। ਦੇਖੋ ਵੇਗ ਕੀ ਹੁੰਦਾ? ਮੰਨ ਲਓ ਇੱਕ ਵਸਤੂ ਹੈ, A ਪੁਆਇੰਟ ਤੋਂ ਚੱਲੀ ਹੈ, ਉਹਨੇ B ਪੁਆਇੰਟ ਤੱਕ ਜਾਣਾ। ਉਹਨਾਂ ਇੰਨਾ ਪਤਾ ਹੈ ਕਿ ਉਹ 3 ਘੰਟਿਆਂ ਦੇ ਵਿੱਚ ਉਹਨੇ 30 ਕਿਲੋਮੀਟਰ ਜਾਣਾ। ਠੀਕ ਹੈ ਜੀ, 3 ਘੰਟਿਆਂ ਦੇ ਵਿੱਚ ਉਹਨੇ 30 ਕਿਲੋਮੀਟਰ ਜਾਣਾ। ਮਤਲਬ ਉਹਦੇ ਕੋਲ ਕੀ ਹੈ? ਘੰਟੇ ਹੈਗੇ ਆ, ਦਿਸ਼ਾ ਹੈ, ਦਸ਼ਾ, ਸਾਰਾ ਕੁਝ ਉਹਦੇ ਕੋਲ ਹੈਗਾ। ਉਹਦੀ ਸਪੀਡ ਵੀ ਇਕੁਅਲ ਰਹੂਗੀ। ਮੰਨ ਲਓ 1 ਘੰਟੇ ਦੇ ਵਿੱਚ 10 ਕਿਲੋਮੀਟਰ ਜਾਊਗੀ, 2 ਦੇ ਵਿੱਚ ਵੀ 10 ਜਾਊਗੀ, ਅਤੇ 3 ਦੇ ਵਿੱਚ ਵੀ 10 ਜਾਊਗੀ। ਜਦੋਂ ਉਹਦੇ ਵਿੱਚ ਕਿਸੇ ਚੀਜ਼ ਕਾਰਨ, ਕਿਸੇ ਮੰਨ ਲਓ ਪ੍ਰੋਬਲਮ ਕਰਕੇ, ਜਦੋਂ ਉਹਦੇ ਵਿੱਚ ਬਦਲਾਵ ਆਉਂਦਾ, ਠੀਕ ਹੈ ਜੀ, ਸਮੇਂ ਨੂੰ ਲੈ ਕੇ, ਕਿਸੇ ਵੀ ਚੀਜ਼ ਨੂੰ ਲੈ ਕੇ ਬਦਲਾਵ ਆਉਂਦਾ, ਉਹ ਵੇਗ ਤੋਂ ਕੀ ਬਣ ਜਾਂਦਾ? ਪ੍ਰਵੇਗ। ਬਸ ਆ ਸਿੰਪਲ ਲੈਂਗੁਏਜ ਦੇ ਵਿੱਚ ਯਾਦ ਰੱਖਣਾ ਤੁਸੀਂ। ਨੈਕਸਟ ਆਪਣੇ ਕੋਲੇ ਵੈਲੋਸਿਟੀ, ਵੇਗ ਨੂੰ ਕਹਿੰਦੇ ਆ। ਵੈਲੋਸਿਟੀ ਦਾ ਜਿਹੜਾ ਫਾਰਮੂਲਾ ਆਪਾਂ ਕੀ ਕਹਿੰਦੇ ਆ? ਡਿਸਪਲੇਸਮੈਂਟ ਤੇ ਟਾਈਮ। ਡਿਸਪਲੇਸਮੈਂਟ ਬਟਾ ਟਾਈਮ। ਨਾਲ ਨੋਟ ਕਰਦੇ ਰਹੋ, ਤਾਂ ਹੀ ਮੈਂ ਤੁਹਾਨੂੰ ਜ਼ਿਆਦਾ ਫਾਸਟ ਨਹੀਂ ਕਰਾ ਰਿਹਾ, ਬਿਲਕੁਲ ਡੀਪਲੀ ਸਮਝਾ ਰਿਹਾ। ਵੈਲੋਸਿਟੀ ਦਾ ਫਾਰਮੂਲਾ ਆਪਣੇ ਕੋਲ ਕੀ ਹੁੰਦਾ? ਡਿਸਪਲੇਸਮੈਂਟ। ਡਿਸਪਲੇਸਮੈਂਟ ਨੂੰ ਆਪਾਂ ਕੀ ਕਹਿੰਦੇ ਆ? ਵਿਸਥਾਪਨ ਬਟਾ ਸਮਾਂ। ਡਿਸਪਲੇਸਮੈਂਟ ਨੂੰ ਆਪਾਂ ਹੋਰ ਕਾਹਦੇ ਨਾਲ ਲਿਖ ਸਕਦੇ ਹਾਂ? ਮੀਟਰ ਪ੍ਰਤੀ ਸੈਕਿੰਡ। ਠੀਕ ਹੈ ਜੀ, ਮੀਟਰ ਲਿਖ ਸਕਦੇ ਹਾਂ ਵਿਸਥਾਪਨ ਨੂੰ, ਤੇ ਪ੍ਰਤੀ ਸੈਕਿੰਡ ਕਿਹਨੂੰ ਲਿਖਦੇ ਹਾਂ ਆਪਾਂ? ਟਾਈਮ ਨੂੰ। ਇਹਦਾ ਫਿਰ ਕੀ ਬਣ ਗਿਆ ਵੈਲੋਸਿਟੀ ਦਾ ਫਾਰਮੂਲਾ? ਵੈਲੋਸਿਟੀ ਇਕੁਅਲ ਟੂ ਮੀਟਰ ਪ੍ਰਤੀ ਸੈਕਿੰਡ। ਉਦੋਂ ਬਾਅਦ ਕੀ ਹੈ ਆਪਣੇ ਕੋਲੇ? ਐਕਸਲਰੇਸ਼ਨ। ਦੇਖੋ ਇੱਕ ਚੀਜ਼ ਨੋਟ ਕਰ ਲਿਓ, ਆਪਣੇ ਕੋਲੇ ਇੱਥੇ ਨੀਚੇ ਵੀ ਦਿੱਤਾ ਹੋਇਆ, ਉੱਪਰ ਵੀ ਤੁਹਾਨੂੰ ਦੱਸ ਦੇਣਾ। A ਪੁਆਇੰਟ ਹੈ ਤੇ B ਪੁਆਇੰਟ ਹੈ। A ਪੁਆਇੰਟ ਆਪਣੇ ਕੋਲ ਕੀ ਹੁੰਦਾ? ਇਨੀਸ਼ੀਅਲ ਵੈਲੋਸਿਟੀ ਤੇ B ਵਾਲਾ ਲਾਸਟ ਵਾਲੀ। ਠੀਕ ਹੈ ਜੀ, ਫਾਈਨਲ ਵੈਲੋਸਿਟੀ। ਇਹਦੇ ਵਿੱਚ ਕੀ ਹੈ ਆਪਣੇ ਕੋਲੇ? ਅੱਗੇ ਆਪਾਂ ਕਰਦੇ ਹਾਂ। ਨੈਕਸਟ ਆਪਣੇ ਕੋਲ ਕੀ ਹੈਗਾ? ਚੇਂਜ ਇਨ ਵੈਲੋਸਿਟੀ। ਚੇਂਜ ਇਨ ਵੈਲੋਸਿਟੀ, ਇਹਦਾ ਫਾਰਮੂਲਾ ਹੈਗਾ ਜੀ ਐਕਸਲਰੇਸ਼ਨ ਦਾ। ਇਹ ਚੀਜ਼ ਨੋਟ ਕਰ ਲਿਓ ਨਾਲ, ਜੇ ਪਿੱਛੇ ਲੰਘ ਤੁਹਾਨੂੰ ਦੱਸ ਹੀ ਦਿੰਦਾ ਮੈਂ। ਐਕਸਲਰੇਸ਼ਨ ਦਾ ਫਾਰਮੂਲਾ ਕੀ ਹੈਗਾ? ਚੇਂਜ ਇਨ ਵੈਲੋਸਿਟੀ ਬਟਾ ਟਾਈਮ। ਵੈਲੋਸਿਟੀ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ? ਦੇਖੋ ਹੁਣ ਚੰਗੀ ਤਰ੍ਹਾਂ ਸਮਝ ਲੈਣਾ, ਕਿਸੇ ਨੂੰ ਕੋਈ ਡਾਊਟ ਨਹੀਂ ਰਹਿਣਾ ਚਾਹੀਦਾ। ਆਪਣੇ ਕੋਲੇ A ਪੁਆਇੰਟ ਹੈਗਾ, ਜਿਹੜਾ ਹਮੇਸ਼ਾ ਕੀ ਹੁੰਦਾ? A ਪੁਆਇੰਟ ਨੂੰ ਕਾਹਦੇ ਨਾਲ ਡਿਸਕਸ ਕਰਦੇ ਹਾਂ ਆਪਾਂ? U ਨਾਲ। ਕਿਉਂ? ਕਿਉਂਕਿ ਇਨੀਸ਼ੀਅਲ ਵੈਲੋਸਿਟੀ ਹੁੰਦੀ ਹੈ, ਮਤਲਬ ਹੁੰਦਾ ਹੈ ਸਿੰਪਲ ਭਾਸ਼ਾ ਦੇ ਵਿੱਚ ਸਟਾਰਟਿੰਗ ਪੁਆਇੰਟ। ਨੈਕਸਟ ਆਪਣੇ ਕੋਲੇ B ਪੁਆਇੰਟ ਹੁੰਦਾ, ਜਿਹੜਾ ਅੰਤਿਮ ਪੁਆਇੰਟ ਜਿੱਥੇ ਆਪਾਂ ਪਹੁੰਚਣਾ ਹੁੰਦਾ, ਉਹ ਕਾਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ? ਛੋਟੀ v ਨਾਲ। ਉਹਨੂੰ ਕੀ ਕਹਿੰਦੇ ਆ? ਫਾਈਨਲ ਵੈਲੋਸਿਟੀ, ਮਤਲਬ ਜਿਹੜਾ ਪੜਾਅ ਆਪਾਂ ਜਿੱਥੇ ਪਹੁੰਚਣਾ, ਮੰਜ਼ਿਲ ਆਪਣੀ। ਉਦੋਂ ਬਾਅਦ ਕੀ ਹੈ ਆਪਣੇ ਕੋਲੇ? ਚੇਂਜ ਇਨ ਵੈਲੋਸਿਟੀ ਆਪਾਂ ਇਹਨੂੰ ਕਾਹਦੇ 'ਚ ਲਿਖ ਸਕਦੇ ਹਾਂ? v ਮਾਈਨਸ u। ਠੀਕ ਹੈ ਜੀ, ਜਿਵੇਂ ਇੱਥੇ ਦਿੱਤਾ ਹੋਇਆ v ਮਾਈਨਸ u। ਉਦੋਂ ਬਾਅਦ ਕੀ ਹੈ? ਬਟਾ ਟਾਈਮ। ਵੈਲੋਸਿਟੀ ਦੇ ਵਿੱਚ ਕੀ ਹੈ? ਇਹਨੂੰ ਆਪਾਂ ਕੀ ਪੂਰੇ ਨੂੰ ਕਵਾਂਗੇ? ਵੈਲੋਸਿਟੀ। ਠੀਕ ਹੈ ਜੀ, ਵੈਲੋਸਿਟੀ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ? ਮੀਟਰ ਪ੍ਰਤੀ ਸੈਕਿੰਡ। ਤੁਹਾਨੂੰ ਮੈਂ ਡੀਪਲੀ ਦੱਸ ਰਿਹਾ, ਭੁੱਲ ਨਾ ਜਾਇਓ ਤੁਸੀਂ। ਵੈਲੋਸਿਟੀ ਨੂੰ ਆਪਾਂ ਕੀ ਹੈ? ਮੀਟਰ ਪ੍ਰਤੀ ਸੈਕਿੰਡ। ਕਲੀਅਰ ਹੈ ਜੀ ਇਹਨਾਂ ਸਾਰਿਆਂ ਨੂੰ? ਇਹਨੂੰ ਆਪਾਂ ਕੀ ਲਿਖ ਸਕਦੇ ਹਾਂ? ਵੈਲੋਸਿਟੀ ਨੂੰ ਆਪਾਂ ਕੀ ਲਿਖ ਸਕਦੇ ਹਾਂ? ਮੀਟਰ ਪ੍ਰਤੀ ਸੈਕਿੰਡ। ਵੈਲੋਸਿਟੀ ਨੂੰ ਦੇਖੋ ਆਪਾਂ ਮੀਟਰ ਪ੍ਰਤੀ ਸੈਕਿੰਡ ਲਿਖਤਾ। ਇੰਨਾ ਕਲੀਅਰ ਹੈ ਜੀ ਸਾਰਿਆਂ ਨੂੰ? ਨੀਚੇ ਆਪਣੇ ਕੋਲ ਕੀ ਸੀ? ਟੀ ਦਾ ਆਪਾਂ ਕੀ ਲਿਖ ਸਕਦੇ ਹਾਂ? ਬਟਾ ਦੇ ਵਿੱਚ S ਲਿਖਣੀ ਹੁੰਦੀ ਹੈ। ਇੱਥੇ ਆਪਣੇ ਕੋਲ ਕੀ ਬਣ ਗਿਆ ਫਿਰ? ਮੀਟਰ ਪ੍ਰਤੀ ਸੈਕਿੰਡ ਮਲਟੀਪਲਾਈ, ਜਿਹੜਾ T ਦੀ ਕੀ ਬਣ ਗਈ ਆਪਣੇ ਕੋਲੇ? S ਬਣ ਗਈ। ਉਦੋਂ ਬਾਅਦ ਕੀ ਬਣ ਗਿਆ ਆਪਣੇ ਕੋਲੇ? A ਦਾ ਆਪਣੇ ਕੋਲੇ ਫਾਰਮੂਲਾ ਕੀ ਆ ਗਿਆ ਜੀ ਫਿਰ? ਮੀਟਰ ਸੈਕਿੰਡ ਸਕੁਅਰ। ਇੱਥੋਂ ਆਪਣਾ ਸਾਰਾ ਫਾਰਮੂਲਾ ਬਣਿਆ। ਤੁਹਾਨੂੰ ਮੈਂ ਇੱਕ ਵਾਰੀ ਫਿਰ ਦੱਸ ਦੇਣਾ, ਜਿਹੜੇ ਬੱਚਿਆਂ ਨੂੰ ਨਹੀਂ ਪਤਾ ਲੱਗਿਆ ਹੋਣਾ, ਆ ਦੇਖੋ ਤੁਹਾਨੂੰ ਪਿੱਛੇ ਕਰਕੇ ਦੱਸ ਦੇਣਾ। ਆਪਣੇ ਕੋਲ ਕੀ ਹੈ? ਐਕਸਲਰੇਸ਼ਨ ਦਾ ਫਾਰਮੂਲਾ ਕੀ ਹੈ? ਐਕਸਲਰੇਸ਼ਨ ਦਾ ਫਾਰਮੂਲਾ ਆਪਣੇ ਕੋਲ ਹੈਗਾ ਚੇਂਜ, ਤੁਹਾਨੂੰ ਮੈਂ ਦੱਸਿਆ ਵੈਲੋਸਿਟੀ ਦੇ ਵਿੱਚ ਚੇਂਜ ਬਟਾ ਟਾਈਮ। ਇਹ ਆਪਣੇ ਕੋਲੇ ਐਕਸਲਰੇਸ਼ਨ ਦਾ ਸਾਰਾ ਫਾਰਮੂਲਾ।
ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਫਿਰ ਪੰਜਾਬੀ ਦੇ ਵਿੱਚ ਦੱਸ ਦਿੰਦਾ, ਜਿਹੜਾ ਵੈਲੋਸਿਟੀ ਦੇ ਵਿੱਚ ਜਦੋਂ ਚੇਂਜ ਆਉਂਦਾ ਕੋਈ, ਠੀਕ ਹੈ ਜੀ, ਉਦੋਂ ਕੀ ਬਣ ਜਾਂਦਾ ਐਕਸਲਰੇਸ਼ਨ। ਤੇ ਐਕਸਲਰੇਸ਼ਨ ਦਾ ਫਾਰਮੂਲਾ ਆਪਣੇ ਕੋਲ ਕੀ ਹੈਗਾ, ਵੈਲੋਸਿਟੀ ਦੇ ਵਿੱਚ ਜਦੋਂ ਚੇਂਜ ਆਉਂਦਾ, ਠੀਕ ਹੈ ਜੀ, ਬਟਾ ਜਿਹੜਾ ਉਹਦਾ ਟਾਈਮ ਹੁੰਦਾ। ਇੰਨਾ ਕਲੀਅਰ ਹੈ ਜੀ ਸਾਰਿਆਂ ਨੂੰ। ਜਿਹੜੀ ਆਪਣੇ ਕੋਲ A ਪੁਆਇੰਟ ਹੁੰਦਾ ਉਹਨੂੰ ਆਪਾਂ U ਨਾਲ ਕੱਢਦੇ ਹਾਂ ਕਾਊਂਟ, ਤੇ ਜਿਹੜਾ ਛੋਟੀ ਨਾਲ, ਇੰਨੀ ਚੀਜ਼ ਯਾਦ ਰੱਖਿਓ, ਜਿਹੜਾ B ਪੁਆਇੰਟ ਹੁੰਦਾ ਉਹਨੂੰ V ਨਾਲ ਕਾਊਂਟ ਕਰਦੇ ਹਾਂ। ਜਿਹੜਾ ਇਨੀਸ਼ੀਅਲ ਵੈਲੋਸਿਟੀ ਹੁੰਦੀ ਹੈ ਉਹ ਸਟਾਰਟਿੰਗ ਵਾਲਾ ਪੁਆਇੰਟ ਹੁੰਦਾ ਹੈ, ਜਿਹੜੀ ਫਾਈਨਲ ਵੈਲੋਸਿਟੀ ਹੁੰਦੀ ਹੈ ਜਿਹੜਾ ਉਹ ਆਪਣਾ ਅੰਤਿਮ ਵਾਲਾ ਪੁਆਇੰਟ ਹੁੰਦਾ। ਫਿਰ ਕਲੀਅਰ ਹੋ ਗਿਆ ਹੋਣਾ ਜੀ ਸਾਰਿਆਂ ਨੂੰ। ਨੈਕਸਟ ਆਪਣੇ ਕੋਲ ਹੈਗਾ ਵੈਲੋਸਿਟੀ, ਚੇਂਜ ਇਨ ਵੈਲੋਸਿਟੀ ਆ ਗਈ ਆਪਣੇ ਕੋਲੇ। ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, V ਮਾਈਨਸ U ਬਟਾ T। ਜਿਹੜਾ V ਮਾਈਨਸ U ਹੈ ਉਹ ਕੀ ਹੈਗਾ ਆਪਣੇ ਕੋਲੇ, ਵੈਲੋਸਿਟੀ। ਵੈਲੋਸਿਟੀ ਦਾ ਫਾਰਮੂਲਾ ਆਪਾਂ ਹੁਣੇ ਪਿੱਛੇ ਕੀਤਾ ਜੀ, ਮੀਟਰ ਸੈਕਿੰਡ, ਠੀਕ ਹੈ ਜੀ। ਇਹਨੂੰ ਆਪਾਂ ਮੀਟਰ ਬਟਾ ਸੈਕਿੰਡ ਲਿਖਤਾ। T ਨੂੰ ਆਪਾਂ ਕੀ ਲਿਖ ਸਕਦੇ ਹਾਂ, ਸੈਕਿੰਡ। ਨੀਚੇ ਵਾਲੀਆਂ ਦੋਨੋਂ ਜਿਹੜੇ ਸੈਕਿੰਡ ਹੈ ਉਹਨਾਂ ਦੀ ਮਲਟੀਪਲਾਈ ਹੋ ਗਈ, ਉਹ ਕੀ ਬਣ ਗਏ S ਸਕੁਅਰ। ਤੇ ਜਿਹੜਾ ਉੱਪਰ ਸੀਗਾ ਆਪਣੇ ਕੋਲੇ ਮੀਟਰ ਸੈਕਿੰਡ ਸਕੁਅਰ, ਆਪਣੇ ਕੋਲੇ ਕੀ ਆ ਗਿਆ, ਐਕਸਲਰੇਸ਼ਨ ਦਾ ਯੂਨਿਟ ਜਾਂ ਫਾਰਮੂਲਾ। ਇਹ ਚੀਜ਼ ਨੋਟ ਰੱਖਣੀ ਹੈ ਕਿਉਂ ਆਇਆ ਇਹ, ਠੀਕ ਹੈ ਜੀ। ਮੈਂ ਤੁਹਾਨੂੰ ਦੁਬਾਰਾ ਫਿਰ ਤਾਂ ਹੀ ਦੱਸਿਆ, ਕਈ ਵਾਰ ਕੀ ਹੁੰਦਾ ਬੱਚਿਆਂ ਨੂੰ ਫਸਟ ਟਾਈਮ ਸਮਝ ਨਹੀਂ ਆਉਂਦੀ, ਹੁਣ ਤੁਹਾਨੂੰ ਪੂਰੀ ਤਰ੍ਹਾਂ ਸਮਝ ਲੱਗ ਗਈ ਹੋਣੀ ਆ। ਹੁਣ ਆਪਾਂ ਨੈਕਸਟ ਪੁਆਇੰਟ ਵੱਲ ਚੱਲਦੇ ਹਾਂ। ਆਪਣੇ ਨੈਕਸਟ ਆਪਣੇ ਕੋਲ ਹੈਗਾ ਫੋਰਸ। ਫੋਰਸ ਦਾ ਆਪਣੇ ਕੋਲ ਕੀ ਹੈਗਾ, ਆਪਾਂ ਜਮਾਂ ਫਸਟ ਪੇਜ ਦੇ ਵਿੱਚ ਕੀਤਾ ਸੀ, ਮਾਸ ਮਲਟੀਪਲਾਈ ਐਕਸਲਰੇਸ਼ਨ। ਮਾਸ ਨੂੰ ਆਪਾਂ ਕਾਹਦੇ 'ਚ ਕਾਊਂਟ ਕਰ ਸਕਦੇ ਹਾਂ, ਕਿਲੋਗ੍ਰਾਮ ਦੇ ਵਿੱਚ, ਤੇ ਐਕਸਲਰੇਸ਼ਨ ਦਾ ਆਪਾਂ ਹੁਣੇ ਕੀਤਾ ਮੀਟਰ ਸੈਕਿੰਡ ਦੀ ਸਕੁਅਰ। ਇਹ ਤਾਂ ਭੁੱਲਿਓ ਨਾ, ਇਹ ਤਾਂ ਹੀ ਤੁਹਾਨੂੰ ਪਿਛਲੇ ਪੇਜ 'ਤੇ ਕਰਵਾਇਆ ਸੀ ਕਿ ਤੁਹਾਨੂੰ ਅੱਗੇ ਜਿਹੜਾ ਇਹਦਾ ਜ਼ਰੂਰਤ ਪਊਗੀ। ਹੁਣ ਇਹਦੇ ਵਿੱਚ ਆਪਣੇ ਕੋਲ ਕੀ ਬਣ ਗਿਆ, SI ਯੂਨਿਟ ਕੀ ਬਣ ਗਿਆ, ਫੋਰਸ ਦਾ kg ਮੀਟਰ ਪ੍ਰਤੀ ਸੈਕਿੰਡ ਦੀ ਸਕੁਅਰ। ਹੁਣ ਇੱਕ ਚੀਜ਼ ਹੋਰ ਯਾਦ ਰੱਖਿਓ, ਨਿਊਟਨ ਦੇ ਲਾ ਵੀ ਆਪਾਂ ਐਂਡ 'ਤੇ ਕਰਾਂਗੇ। ਇੱਕ ਚੀਜ਼ ਯਾਦ ਰੱਖ ਲਿਓ ਬਸ, ਜਿਹੜਾ ਫਾਰਮੂਲਾ ਨਿਊਟਨ ਦੇ ਸੈਕਿੰਡ ਲਾ ਦੇ ਵਿੱਚੋਂ ਮਿਲਦਾ। ਕਲੀਅਰ ਹੈ ਜੀ ਇਹਨਾਂ। ਨੈਕਸਟ ਆਪਣੇ ਕੋਲ ਕੀ ਹੈ, ਜਿਹੜੀ ਬਲ ਦੀ ਪਰਿਭਾਸ਼ਾ ਹੈ ਉਹ ਕਾਹਦੇ 'ਚੋਂ ਮਿਲੀ ਹੈ, ਨਿਊਟਨ ਦੇ ਫਸਟ ਲਾ ਦੇ ਵਿੱਚੋਂ। ਇਹਨੂੰ ਕੀ ਕਹਿੰਦੇ ਆ, ਨਿਊਟਨ। ਜਿਹੜਾ SI ਯੂਨਿਟ ਹੈ kg m ਸਕੁਅਰ, ਉਹਨੂੰ ਕੀ ਕਹਿੰਦੇ ਆ, ਨਿਊਟਨ। ਕਲੀਅਰ ਹੈ ਜੀ ਇਹਨਾਂ ਸਾਰਿਆਂ ਨੂੰ। ਇਹਨਾਂ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਫੋਰਸ ਹੈ ਜਿਹੜਾ ਫਾਰਮੂਲਾ ਨਿਊਟਨ ਦੇ ਸੈਕਿੰਡ ਲਾ 'ਚੋਂ ਆਇਆ। ਬਲ ਦੀ ਜਿਹੜੀ ਪਰਿਭਾਸ਼ਾ ਆਪਾਂ ਜਮਾਂ ਫਸਟ ਕੀਤੀ ਸੀ ਉਹ ਨਿਊਟਨ ਦੇ ਫਸਟ ਲਾ ਦੇ ਵਿੱਚੋਂ ਆਈ ਹੈ। ਜਿਹੜਾ ਐਕਸਲਰੇਸ਼ਨ ਦਾ m ਮੀਟਰ ਪ੍ਰਤੀ ਸੈਕਿੰਡ ਦੀ ਸਕੁਅਰ ਕਿਵੇਂ ਬਣਿਆ, ਇਹ ਆਪਾਂ ਤੁਹਾਨੂੰ ਮੈਂ 2 ਵਾਰ ਸਮਝਾਤਾ। ਫਿਰ ਵੀ ਨਾ ਸਮਝ ਲੱਗੇ ਤਾਂ ਇੱਕ ਵਾਰੀ ਕਮੈਂਟ ਕਰ ਦਿਓ। ਵੈਸੇ ਮੈਂ ਆਪਣੀ ਸਿੰਪਲ ਭਾਸ਼ਾ ਦੇ ਵਿੱਚ ਚੰਗੀ ਤਰ੍ਹਾਂ ਦੱਸਤਾ ਤੁਹਾਨੂੰ। ਜਿਹੜਾ ਮਾਸ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, ਕਿਲੋਗ੍ਰਾਮ ਦੇ ਵਿੱਚ, ਤੇ ਉਹ ਇਹਦਾ ਕੀ ਬਣ ਜਾਂਦਾ, SI ਯੂਨਿਟ। ਚਲੋ ਆਪਾਂ ਅੱਗੇ ਚੱਲਦੇ ਹਾਂ ਜੀ। ਹੁਣ ਨੈਕਸਟ ਫੋਰਸ ਦਾ SI ਯੂਨਿਟ ਹੁਣੇ ਆਪਾਂ ਕੀਤਾ, ਇਹਨੂੰ ਕਾਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ, ਨਿਊਟਨ ਨਾਲ ਵੱਡੀ N ਨਾਲ। ਨੋਟ ਕਰਦੇ ਰਹੋ ਨਾਲ ਨਾਲ। ਉਦੋਂ ਬਾਅਦ ਕੀ ਹੈ, CGS ਦਾ ਯੂਨਿਟ ਡਾਇਨ। CGS ਦੀ ਫੁੱਲ ਫਾਰਮ ਕੀ ਹੁੰਦੀ ਹੈ ਆਪਣੇ ਕੋਲੇ, CGS ਨੂੰ ਆਪਾਂ ਕਾਹਦੇ ਵਿੱਚ ਕਾਊਂਟ ਕਰਦੇ ਹਾਂ, ਨੋਟ ਕਰ ਲਿਓ, ਠੀਕ ਹੈ ਜੀ, ਗ੍ਰਾਮ ਸੈਕਿੰਡ। ਕਲੀਅਰ ਹੈ ਜੀ ਸਾਰਿਆਂ ਨੂੰ। CGS ਯੂਨਿਟ ਕੀ ਹੈ ਆਪਣੇ ਕੋਲੇ, ਸੈਂਟੀਗ੍ਰਾਮ ਸੈਕਿੰਡ। ਇਹਦੀ ਕੀ ਹੁੰਦੀ ਹੈ ਆਪਣੇ ਕੋਲੇ, ਯੂਨਿਟ ਕੀ ਹੁੰਦੀ ਹੈ, ਡਾਇਨ। ਇਹਦਾ 1 ਕਾਹਦੇ 'ਚ ਕਾਊਂਟ ਕਰਦੇ ਹਾਂ ਆਪਾਂ ਨੂੰ, 1 ਨਿਊਟਨ ਕਾਹਦੇ 'ਚ ਕਾਊਂਟ ਹੁੰਦਾ ਇਹਦਾ, 10 ਦੀ ਪਾਵਰ 5 ਡਾਇਨ। ਤੇ ਜਿਹੜਾ 1 ਡਾਇਨ ਕਾਹਦੇ 'ਚ ਕਾਊਂਟ ਹੁੰਦਾ, 10 ਦੀ ਪਾਵਰ -5 ਨਿਊਟਨ। ਇਹ ਚੀਜ਼ ਨੋਟ ਕਰ ਲਿਓ, ਸੈਂਟੀਗ੍ਰਾਮ ਸੈਕਿੰਡ, ਠੀਕ ਹੈ ਜੀ। 1 ਨਿਊਟਨ ਹੈ, ਜਿਹੜਾ N ਹੈ ਰਿਪਰੈਜ਼ੈਂਟ ਕਰ ਰਹੀ ਹੈ ਨਿਊਟਨ ਨੂੰ, ਜਿਹੜਾ ਡਾਇਨ ਹੈ ਉਹ ਇਹਨੂੰ ਰਿਪਰੈਜ਼ੈਂਟ ਕਰ ਰਿਹਾ। ਤੁਹਾਨੂੰ ਦੁਬਾਰਾ ਫਿਰ ਦੱਸ ਦਿੰਦਾ ਮੈਂ, ਜਿਹੜਾ 1 ਨਿਊਟਨ ਦੇ ਵਿੱਚ ਕਿੰਨੇ ਡਾਇਨ ਹੁੰਦੇ ਆ, 10 ਦੀ ਪਾਵਰ 5, ਤੇ 1 ਡਾਇਨ ਦੇ ਵਿੱਚ ਕਿੰਨੇ ਨਿਊਟਨ ਹੁੰਦੇ ਆ, ਉਲਟ ਹੋ ਗਿਆ, 10 ਦੀ ਪਾਵਰ -5। ਕਲੀਅਰ ਹੈ ਜੀ ਸਾਰਿਆਂ ਨੂੰ ਇਹਨਾਂ। ਹੁਣ ਆਪਾਂ ਅੱਗੇ ਚੱਲਦੇ ਹਾਂ। ਜਿਹੜਾ ਫੋਰਸ ਦਾ ਗ੍ਰੈਵੀਟੇਸ਼ਨਲ ਯੂਨਿਟ ਹੈ ਉਹ ਕੀ ਹੈ, ਕਿਲੋਗ੍ਰਾਮ ਫੋਰਸ, ਠੀਕ ਹੈ ਜੀ। ਉਹ ਕੀ ਹੈ, 9.8 ਨਿਊਟਨ। ਜਿਹੜਾ 1 ਗ੍ਰਾਮ ਫੋਰਸ ਦਾ ਹੈਗਾ ਉਹ ਹੈਗਾ 980 ਡਾਇਨ। ਡਾਇਨ ਹੈ ਜਿਹੜੀ ਉਹ ਛੋਟੀ ਇਕਾਈ ਹੈ, ਇਹ ਚੀਜ਼ ਵੀ ਯਾਦ ਰੱਖਿਓ ਤੁਸੀਂ। ਕਲੀਅਰ ਹੈ ਜੀ ਇਹਨਾਂ ਸਾਰਿਆਂ ਨੂੰ। ਇੱਕ ਵਾਰੀ ਫਿਰ ਸੁਣ ਲਓ, ਫੋਰਸ ਦਾ ਗ੍ਰੈਵੀਟੇਸ਼ਨਲ ਯੂਨਿਟ ਹੈ ਕਿਲੋਗ੍ਰਾਮ ਫੋਰਸ ਦਾ 9.8 ਨਿਊਟਨ N। ਜਿਹੜਾ 1 ਗ੍ਰਾਮ ਫੋਰਸ ਦਾ ਹੈਗਾ 980 ਡਾਇਨ। ਨੈਕਸਟ ਚੱਲਦੇ ਹਾਂ ਆਪਾਂ। ਹੁਣ ਫੋਰਸ ਦਾ ਗ੍ਰੈਵੀਟੇਸ਼ਨਲ ਯੂਨਿਟ ਆਪਾਂ ਕਲੀਅਰ ਕਰ ਲਿਆ ਸਾਰਾ। ਫੋਰਸ ਕਿੰਨੇ ਤਰ੍ਹਾਂ ਦਾ ਹੁੰਦਾ, 2, ਠੀਕ ਹੈ ਜੀ। ਕਿਹੜਾ ਕਿਹੜਾ, ਸੰਤੁਲਿਤ ਬੈਲੈਂਸਡ ਫੋਰਸ ਤੇ ਅਸੰਤੁਲਿਤ ਅਨਬੈਲੈਂਸਡ ਫੋਰਸ। ਦੋਨੋਂ ਨੋਟ ਡਾਊਨ ਕਰ ਲਿਓ। ਜਿਹੜਾ ਫੋਰਸ ਹੈ ਉਹ ਕਿੰਨੇ ਤਰ੍ਹਾਂ ਦਾ ਹੁੰਦਾ, ਇੱਕ ਸੰਤੁਲਿਤ ਹੁੰਦਾ ਤੇ ਇੱਕ ਅਸੰਤੁਲਿਤ। ਇਹਦੀ ਐਕਸਪਲੇਨੇਸ਼ਨ ਆਪਾਂ ਅੱਗੇ ਕਰਦੇ ਹਾਂ। ਹੁਣ
ਸੰਤੁਲਿਤ ਕੀ ਹੁੰਦਾ? ਜੇਕਰ ਕਿਸੇ ਵਸਤੂ ਤੇ ਬਹੁਤ ਬਲ ਲਗਾਉਣ ਤੇ ਵੀ ਉਸ ਦੀ ਅਵਸਥਾ ਵਿੱਚ ਪਰਿਵਰਤਨ ਨਾ ਹੋਵੇ ਉਹਨੂੰ ਕੀ ਕਹਿੰਦੇ ਆ? ਅਸੰਤੁਲਿਤ। ਜੇ ਕੋਈ ਵਸਤੂ ਹੈ ਉਹਦੇ ਵਿੱਚ ਬਹੁਤ ਸਾਰਾ ਆਪਾਂ ਬਲ ਲਾਉਂਦੇ ਆ, ਉਹਦੇ ਵਿੱਚ ਪਰਿਵਰਤਨ ਨਹੀਂ ਆਉਂਦਾ, ਉਹਨੂੰ ਕੀ ਕਹਿੰਦੇ ਆ? ਸੰਤੁਲਿਤ ਬਲ। ਇਹਨਾਂ ਸੰਤੁਲਿਤ ਦਾ ਮਤਲਬ ਕੀ? ਆਪਣੇ ਕੋਲੇ ਬੈਲੈਂਸ ਕੋਈ ਚੀਜ਼ ਹੋਵੇ, ਮਤਲਬ ਕੀ ਹੈ? ਜੇ ਦੋਵੇਂ ਪਾਸੇ ਚੀਜ਼ਾਂ ਬਰਾਬਰ ਹੋਣ ਤਾਂ ਉਹ ਕੀ ਹੈ? ਮੰਨ ਲਓ ਰੱਸੇ ਵਾਲੀ ਆਪਣੀ ਐਗਜ਼ਾਮਪਲ ਲੈ ਲਓ, ਇੱਧਰ 2 ਆਦਮੀ ਹੈ, ਠੀਕ ਹੈ ਜੀ, ਇੱਧਰ ਵੀ 2 ਆਦਮੀ ਰੱਸਾ ਖਿੱਚ ਰਹੇ ਆ, ਇਹਦਾ ਵੀ 70 kg ਵੇਟ ਹੈ, ਪਿਛਲੇ ਦਾ 50 kg ਹੈ, ਇੱਧਰਲੇ ਵੀ ਪਿਛਲੇ ਦਾ 50 kg ਹੈ। ਹੁਣ ਦੇਖੋ ਇਹ ਵੀ ਇੱਧਰ ਨੂੰ ਪੁਸ਼ ਕਰ ਰਹੇ ਆ, ਇਹ ਵੀ ਇੱਧਰ ਨੂੰ ਪੁਸ਼ ਕਰ ਰਹੇ ਆ, ਪੁੱਲ ਕਰ ਰਹੇ ਆ, ਠੀਕ ਹੈ ਜੀ। ਉਹਦੇ ਵਿੱਚ ਕੀ ਹੋਊਗਾ? ਇਹ ਵੀ ਕੀ ਹੈ? 1 kg ਵੇਟ ਲਾ ਰਹੇ ਆ, ਇਹ ਵੀ ਕੀ ਹੈ? 1 kg। ਇਹ ਕੀ ਹੋ ਗਿਆ? ਇਕੁਅਲ, ਠੀਕ ਹੈ ਜੀ। ਇੱਧਰ ਵੀ ਫੋਰਸ ਇਕੁਅਲ ਹੈ, ਇੱਧਰ ਵੀ ਫੋਰਸ ਇਕੁਅਲ ਹੈ, ਤਾਂ ਉਹ ਕਾਹਦੇ 'ਚ ਕਾਊਂਟ ਹੋਊਗਾ? ਸੰਤੁਲਿਤ ਬਲ ਦੇ ਵਿੱਚ। ਨਾ ਤਾਂ ਇੱਧਰ ਕੋਈ ਡਾਇਰੈਕਸ਼ਨ ਚੇਂਜ ਹੋ ਰਹੀ ਹੈ ਜਾਂ ਗਤੀ ਆ ਰਹੀ ਹੈ, ਨਾ ਹੀ ਇੱਧਰ ਕੋਈ ਡਾਇਰੈਕਸ਼ਨ ਚੇਂਜ ਹੋ ਰਹੀ ਹੈ, ਗਤੀ ਆ ਰਹੀ ਹੈ, ਉਹ ਦੋਨੋਂ ਕੀ ਹੈ? ਇਕੁਅਲ। ਤਾਂ ਉਹਨੂੰ ਆਪਾਂ ਕੀ ਕਵਾਂਗੇ? ਸੰਤੁਲਿਤ, ਬੈਲੈਂਸਡ ਫੋਰਸ ਜਾਂ ਸੰਤੁਲਿਤ ਬਲ। ਕਲੀਅਰ ਹੈ ਜੀ ਸਾਰਿਆਂ ਨੂੰ? ਜਿਹੜਾ ਇਹਦਾ ਨੈਟ ਫੋਰਸ ਬਲ ਪਰਿਮਾਣ ਹੁੰਦਾ ਬਲ ਦਾ, ਉਹ ਕੀ ਹੈ? 0। 0 ਕਿਉਂ ਆ? ਕਿਉਂਕਿ ਉਹਦੇ ਵਿੱਚ ਕੋਈ ਪਰਿਵਰਤਨ ਆਇਆ ਹੀ ਨਹੀਂ। ਕਲੀਅਰ ਹੈ ਜੀ ਇਹਨਾਂ? ਹੁਣ ਇੱਕ ਚੀਜ਼ ਹੋਰ ਯਾਦ ਰੱਖਿਓ, ਸੰਤੁਲਿਤ ਜੇ ਹੈਗਾ ਦਿਸ਼ਾ ਵਿੱਚ ਚੇਂਜ ਨਾ ਆਵੇ ਕੋਈ, ਤਾਂ ਅਨਸੰਤੁਲਿਤ ਕੀ ਹੋਊਗਾ? ਇਹਦੇ ਉਲਟ ਹੋਊਗਾ। ਉਹ ਆਪਾਂ ਅੱਗੇ ਕਰ ਲੈਂਦੇ ਹਾਂ। ਪਹਿਲਾਂ ਇਹਦੀ ਕੰਡੀਸ਼ਨ ਯਾਦ ਰੱਖ ਲਿਓ ਕੀ ਹੁੰਦੀ ਆ। ਕੰਡੀਸ਼ਨ ਸੰਤੁਲਿਤ ਬਲ ਦੀ ਇਹ ਹੁੰਦੀ ਆ ਕਿ ਦੇ ਆਰ ਇਕੁਅਲ ਇਨ ਸਾਈਜ਼ ਐਂਡ ਇਨ ਓਪੋਜ਼ਿਟ ਡਾਇਰੈਕਸ਼ਨ। ਦੇਖੋ ਕੀ ਹੈ, ਤੁਹਾਨੂੰ ਜਿਵੇਂ ਕਿਹਾ ਸੀ ਸਾਈਜ਼ ਦੇ ਵਿੱਚ ਬਰਾਬਰ ਹੋਣੇ ਚਾਹੀਦੇ ਆ, ਮਤਲਬ ਜੇ ਇਹ 50 ਦਾ ਤਾਂ ਉਹ ਵੀ 50 ਦਾ ਹੋਣਾ ਚਾਹੀਦਾ। ਤਾਂ ਕੀ ਇੱਕ ਕੀ ਹੋਣੇ ਚਾਹੀਦੇ ਆ? ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੋਣੇ ਚਾਹੀਦੇ। ਜਿਵੇਂ ਇੱਕ ਤੁਸੀਂ ਝੂਲਾ ਲੈ ਲਓ, ਜਿਵੇਂ ਆਪਾਂ ਝੂਲਾ ਝੂਲਦੇ ਹੁੰਦੇ ਜਿਹੜਾ, ਉਹਦੇ ਵਿੱਚ ਇੱਧਰ ਵੀ 50 ਕਿਲੋ ਦਾ ਬੰਦਾ ਬੈਠਾ ਹੋਇਆ, ਇੱਧਰ ਵੀ 50 ਕਿਲੋ ਦਾ ਬੰਦਾ ਬੈਠਾ ਹੋਇਆ। ਉਹਦੇ ਵਿੱਚ ਕੀ ਹੈ? ਉਹ ਕੀ ਹੈ? ਇਕੁਅਲ ਬੈਲੈਂਸ ਹੋ ਜਾਣਗੇ। ਨਾ ਤਾਂ ਕੋਈ ਇੱਧਰ ਵਾਲਾ ਉੱਪਰ ਹੋਊਗਾ ਜਾਂ ਇੱਧਰ ਵਾਲਾ ਨੀਚੇ ਹੋਊਗਾ, ਜਾਂ ਇੱਧਰ ਵਾਲਾ ਉੱਪਰ ਹੋਊਗਾ ਜਾਂ ਇੱਧਰ ਵਾਲਾ ਨੀਚੇ ਹੋਊਗਾ। ਉਹਦੇ ਵਿੱਚ ਕੀ ਹੈ? ਉਹ ਕਿਹੜੀ ਡਾਇਰੈਕਸ਼ਨ ਦੇ ਵਿੱਚ ਹੈ? ਓਪੋਜ਼ਿਟ, ਪਰ ਉਹ ਕੀ ਹੈ? ਇਕੁਅਲ। ਕਲੀਅਰ ਹੈ ਜੀ? ਕੰਡੀਸ਼ਨ ਕੀ ਹੋਣੀ ਚਾਹੀਦੀ ਹੈ ਬੈਲੈਂਸਡ ਫੋਰਸ ਦੀ? ਅੱਗੋਂ ਆਪਣੇ ਕੋਲ ਕੀ ਹੈ? ਅਸੰਤੁਲਿਤ ਬਲ। ਜੇਕਰ ਕਿਸੇ ਵਸਤੂ 'ਤੇ ਲਗਾਏ ਜਾਣ ਵਾਲੇ ਬਲ ਜਾਂ ਬਲਾਂ ਦਾ ਪਰਿਮਾਣ 0 ਨਾ ਹੋਵੇ ਉਹਨੂੰ ਕੀ ਕਹਿੰਦੇ ਆ? ਅਸੰਤੁਲਿਤ ਬਲ। ਹੁਣ ਦੇਖੋ ਇਹਦੀ ਕੀ ਹੈ? ਨੈਟ ਫੋਰਸ ਨੋਟ ਇਕੁਅਲ ਟੂ 0। ਇਹਦੇ ਵਿੱਚ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਛੋਟੀ ਜਿਹੀ ਹੋਰ। ਇਹਦੇ ਵਿੱਚ ਐਗਜ਼ਾਮਪਲ ਆਪਣੇ ਕੋਲ ਕੀ ਹੈ ਕਿ ਮੰਨ ਲਓ ਇੱਧਰ ਆਪਣੇ ਕੋਲ ਆਦਮੀ ਖੜਾ ਹੋਇਆ 50 ਦਾ, ਇੱਧਰ ਆਪਣੇ ਕੋਲ 30 ਦਾ, ਠੀਕ ਹੈ ਜੀ। ਇਹਦੇ ਵਿੱਚ ਆਪਣੇ ਕੋਲ ਕੀ ਹੈ? ਪਰਿਮਾਣ ਕੀ ਹੈ? 0 ਨਹੀਂ ਹੈਗਾ, ਕਿਉਂਕਿ ਜੇ ਇਹਨੇ ਇੱਧਰ ਨੂੰ ਖਿੱਚ ਲਏ ਤਾਂ ਇਹਨੇ ਬਲ ਲੱਗ ਕੇ ਉਹਦੇ ਵੱਲ ਨੂੰ ਆ ਜਾਣਾ। ਬਸ ਇਹੀ ਮਤਲਬ ਇਹਦੀ ਸਿੰਪਲ ਜੀ ਲੈਂਗੁਏਜ ਦੇ ਵਿੱਚ ਕਹਿ ਲਓ ਆਪਣੀ ਐਗਜ਼ਾਮਪਲ ਹੈਗੀ ਸੀਗੀ। ਜੇ ਮੰਨ ਲਓ ਬੋਲ ਵਾਲੀ ਵੀ ਲਾ ਲਓ ਤੁਸੀਂ, ਬੋਲ ਦੇ ਵਿੱਚ ਕੀ ਹੈ ਆਪਣੇ ਕੋਲੇ? ਉਹ ਗਤੀ ਕਰ ਰਹੀ ਹੈ, ਠੀਕ ਹੈ ਜੀ। ਉਹ ਗਤੀ ਕਰ ਰਹੀ ਹੈ ਇੱਕ ਡਾਇਰੈਕਸ਼ਨ ਦੇ ਵਿੱਚ, ਅਤੇ ਦੂਸਰੀ ਬੋਲ ਵੀ ਗਤੀ ਕਰ ਰਹੀ ਹੈ। ਉਹਦੇ ਵਿੱਚ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਟੱਕਰਾ ਹੋ ਗਿਆ ਤਾਂ ਉਹ ਡਾਇਰੈਕਸ਼ਨ ਚੇਂਜ ਕਰ ਲੈਂਦੀਆਂ। ਉਹ ਇੱਕ ਛੋਟਾ ਜਿਹਾ ਬਲ ਕਹਿ ਲਓ ਲੱਗਦਾ ਹੈ ਇੱਕ ਦੂਸਰੇ ਦਾ ਉਹਨਾਂ ਦੀ ਬੋਲਾਂ ਦੇ ਵਿੱਚ, ਉਹਦੇ ਨਾਲ ਉਹ ਡਾਇਰੈਕਸ਼ਨ ਚੇਂਜ ਕਰ ਲੈਂਦੀਆਂ। ਉਹਦੇ ਵਿੱਚ ਕੀ ਹੈ? ਬਲ ਦਾ ਪਰਿਮਾਣ 0 ਨਹੀਂ ਹੁੰਦਾ, ਠੀਕ ਹੈ ਜੀ। ਜਾਂ ਤਾਂ ਇਹ ਹੋ ਸਕੇ ਜੇ ਬੋਲਾਂ ਡਾਇਰੈਕਟ ਇੱਧਰੋਂ ਆਈ ਜਾਂਦੀ ਆ ਤਾਂ ਇੱਕ ਇੱਧਰੋਂ ਆ ਰਹੀ ਹੈ, ਦੋਨੇ ਆਪਸ ਦੇ ਵਿੱਚ ਟਕਰਾ ਕੇ ਉੱਥੇ ਹੀ ਖੜ ਜਾਣ, ਤਾਂ ਉਹ ਕੀ ਹੋਊਗਾ? ਸੰਤੁਲਿਤ ਬਲ, ਠੀਕ ਹੈ ਜੀ। ਕਿਉਂਕਿ ਦੋਨਾਂ ਦਾ ਬਰਾਬਰ ਜਿਹੜਾ ਬਲ ਲੱਗ ਗਿਆ ਤਾਂ ਉਹ ਉੱਥੇ ਹੀ ਰੁਕ ਗਿਆ, ਉਹਦਾ ਪਰਿਮਾਣ ਕੀ ਹੋ ਗਿਆ? 0। ਜੇ ਉਹਨਾਂ ਨੇ ਡਾਇਰੈਕਸ਼ਨ ਚੇਂਜ ਕਰ ਲਈ ਜਾਂ ਉਹ ਇੱਕ ਵਾਪਸ ਚਲੀ ਗਈ, ਦੂਸਰੀ ਨੇ ਦੂਸਰੀ ਡਾਇਰੈਕਸ਼ਨ ਚੇਂਜ ਕਰ ਲਈ, ਤਾਂ ਉਹ ਕੀ ਹੋ ਗਿਆ? ਉੱਥੇ ਪਰਿਮਾਣ 0 ਨਹੀਂ ਹੈਗਾ। ਇਹਦਾ ਨੈਟ ਫੋਰਸ ਕੀ ਹੁੰਦਾ? ਇਕੁਅਲ ਟੂ ਨੋਟ 0। ਨੈਕਸਟ ਆਪਣੇ ਕੋਲ ਕੀ ਹੈ? ਕੰਡੀਸ਼ਨ ਇਹਦੀ ਕੀ ਹੁੰਦੀ ਹੈ? ਨੋਟ ਇਕੁਅਲ ਇਨ ਸਾਈਜ਼, ਨੋਟ ਇਕੁਅਲ ਇਨ ਡਾਇਰੈਕਸ਼ਨਸ, ਚੇਂਜ ਇਨ ਮੋਸ਼ਨ। ਜਿਵੇਂ ਤੁਹਾਨੂੰ ਸਿੰਪਲ ਭਾਸ਼ਾ ਦੇ ਵਿੱਚ ਸਮਝਾਇਆ ਸੀਗਾ ਕਿ ਸਾਈਜ਼ ਬਰਾਬਰ ਨਹੀਂ ਹੋਣੇ ਚਾਹੀਦੇ, ਠੀਕ ਹੈ ਜੀ। ਡਾਇਰੈਕਸ਼ਨ ਵੀ ਬਰਾਬਰ ਨਹੀਂ ਹੋਣੀਆਂ ਚਾਹੀਦੀਆਂ ਹੈਗੀਆਂ, ਆਮਣੇ ਸਾਹਮਣੇ ਵਾਲੀਆਂ ਕਹਿ ਲਓ, ਜਾਂ ਮੋਸ਼ਨ ਵਿੱਚ ਚੇਂਜ ਹੋਣਾ ਚਾਹੀਦਾ। ਇਹ ਜਿਵੇਂ ਤੁਹਾਨੂੰ ਐਗਜ਼ਾਮਪਲ ਦੇਤੀ, ਬਸ ਇਹਦੇ ਵਿੱਚੋਂ ਤੁਹਾਨੂੰ ਕਲੀਅਰ ਆਊਟ ਹੋ ਗਿਆ ਹੋਣਾ। ਅੱਗੋਂ ਆਪਾਂ ਕਰਦੇ ਹਾਂ ਜੜਤਾ ਕੀ ਹੁੰਦੀ ਹੈ? ਇਨਰਸ਼ੀਆ। ਇਨਰਸ਼ੀਆ ਹੁੰਦੀ ਕੀ ਹੈ? ਵਸਤੂ ਦਾ ਉਹ ਗੁਣ ਹੁੰਦਾ ਹੈ ਜਿਸ ਕਰਕੇ ਉਹ ਬਾਹਰੀ ਬਲ ਲਗਾਏ ਬਿਨਾਂ ਜਾਂ ਲੱਗੇ ਬਿਨਾਂ, ਠੀਕ ਹੈ ਜੀ, ਆਪਣੀ ਵਿਰਾਮ ਜਾਂ ਗਤੀ ਅਵਸਥਾ ਨੂੰ ਨਹੀਂ ਬਦਲਦੀ, ਠੀਕ ਹੈ। ਉਹਨੂੰ ਕੀ ਕਹਿੰਦੇ ਆ? ਜੜਤਾ। ਜੜਤਾ ਨਿਰਭਰ ਕਾਹਦੇ 'ਤੇ ਕਰਦੀ ਹੈ? ਮਾਸ 'ਤੇ। ਇਹ ਤੁਹਾਨੂੰ ਦੱਸ ਦੇਣਾ, ਕਲੀਅਰ ਆਊਟ ਕਰ ਦੇਣਾ ਕਿਵੇਂ। ਦੇਖੋ ਆਪਣੇ ਕੋਲੇ ਉਹੀ ਬੋਲਸ ਵਾਲੀ ਲੈ ਲਈਏ ਆਪਾਂ ਐਗਜ਼ਾਮਪਲ। ਇੱਕ ਹੈਗੀ ਆਪਣੇ ਕੋਲੇ ਪਲਾਸਟਿਕ ਵਾਲੀ ਬੋਲ, ਦੂਸਰੀ ਹੈਗੀ ਹੈ ਕਾਰਕ ਵਾਲੀ ਬੋਲ, ਜਿਹੜੀ ਕ੍ਰਿਕਟ ਮੈਚ ਦੇ ਵਿੱਚ ਯੂਜ਼ ਹੁੰਦੀ ਹੈ, ਠੀਕ ਹੈ ਜੀ। ਇਹਦੇ ਵਿੱਚ ਕੀ ਹੈ? ਪਲਾਸਟਿਕ ਵਾਲੀ ਬੋਲ ਬੱਚੇ ਨੇ, ਛੋਟਾ ਜਿਹਾ ਬੱਚਾ ਸੀ 2 ਈਅਰ ਦਾ, ਉਹਨੇ ਚੱਕ ਕੇ ਸਿੱਟਤੀ,
ਤੇ ਦੂਸਰੀ ਬੋਲ ਚੱਕਣ ਲੱਗੇ ਉਹਨੂੰ ਤਕਲੀਫ ਹੋਈ, ਉਹਨੂੰ ਥੋੜ੍ਹਾ ਜਿਹਾ ਜਿਹੜਾ ਫੋਰਸ ਹੈ ਜ਼ਿਆਦਾ ਲਾਣਾ ਪਿਆ, ਜਿਹੜਾ ਉਹਦਾ ਬਾਹਰੀ ਫੋਰਸ ਹੈ ਜਿਹੜਾ ਉਹ ਜ਼ਿਆਦਾ ਲੱਗਿਆ ਬੋਲ 'ਤੇ। ਤਾਂ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਜੜਤਾ ਹੈ, ਠੀਕ ਹੈ ਜੀ, ਉਹ ਕਾਹਦੇ 'ਤੇ ਨਿਰਭਰ ਕਰਦੀ ਹੈ? ਪੁੰਜ 'ਤੇ। ਫਿਰ ਜਿਹੜਾ ਉਹਦਾ ਜੜਤਾ ਕਿਹਦੀ ਜ਼ਿਆਦਾ ਹੋਈ? ਜਿਹਦੇ 'ਤੇ ਆਪਣਾ ਜ਼ੋਰ ਜ਼ਿਆਦਾ ਲੱਗਿਆ ਜਾਂ ਜਿਹਦਾ ਭਾਰ ਜ਼ਿਆਦਾ ਹੋਇਆ, ਉਹਨੂੰ ਕੀ ਕਹਿੰਦੇ ਆ? ਜੜਤਾ। ਕਲੀਅਰ ਹੈ ਜੀ? ਇਹਨਾਂ ਇੱਕ ਹੋਰ ਐਗਜ਼ਾਮਪਲ ਦੇ ਦੇਣਾ ਤੁਹਾਨੂੰ। ਵਸਤੂ ਦਾ ਉਹ ਗੁਣ ਜਿਸ ਕਰਕੇ ਉਹ ਜਿਵੇਂ ਆ ਵਿਰਾਮ ਅਵਸਥਾ ਦੇ ਵਿੱਚ ਪਈ ਹੋਈ ਹੈ, ਉਹਨਾਂ ਚਿਰ ਇਹ ਵਿਰਾਮ ਅਵਸਥਾ ਦੇ ਵਿੱਚ ਸੀ, ਇਹਨੂੰ ਕੀ ਕਾਹਦੇ 'ਚ ਕਾਊਂਟ ਕੀਤਾ ਜਾਂਦਾ ਸੀ? ਜੜਤਾ 'ਚ ਹੈਗੀ ਹੈ, ਠੀਕ ਹੈ ਜੀ। ਇਹ ਗੁਣ ਮੰਨਿਆ ਜਾਂਦਾ ਇਹਦਾ ਕਿ ਇਹ ਵਿਰਾਮ ਅਵਸਥਾ ਦੇ ਵਿੱਚ ਪਈ ਹੈ ਉਹਨਾਂ ਚਿਰ ਜਿੰਨਾ ਚਿਰ ਉਹ ਬੱਚੇ ਨੇ ਆ ਕੇ ਸਿੱਟ ਨਹੀਂ ਦਿੱਤੀ। ਜਿਹੜੀ ਚੀਜ਼ ਇੱਕ ਸਿੰਪਲ ਜਮਾਂ ਸਿੰਪਲ ਭਾਸ਼ਾ 'ਚ ਦੱਸ ਦੇਣਾ, ਜਿਹੜੀ ਜ਼ਿਆਦਾ ਭਾਰੀ ਹੋਊਗੀ, ਠੀਕ ਹੈ ਜੀ, ਉਹਦੀ ਜੜਤਾ ਕੀ ਹੈ? ਜ਼ਿਆਦਾ ਹੋਊਗੀ, ਉਹਦੀ ਇਨਰਸ਼ੀਆ ਕੀ ਹੈ? ਜ਼ਿਆਦਾ ਹੋਊਗੀ। ਬਸ ਇਹ ਚੀਜ਼ ਯਾਦ ਰੱਖਣੀ ਹੈ, ਜਿਹਦਾ ਪੁੰਜ ਜ਼ਿਆਦਾ ਹੋਊਗਾ ਉਹ ਜੜਤਾ ਵੀ ਉਹਦੀ ਕੀ ਹੈ? ਜ਼ਿਆਦਾ ਹੋਊਗੀ। ਬਸ ਇਹ ਚੀਜ਼ ਯਾਦ ਰੱਖਣੀ ਹੈ, ਹੋਰ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਇਹਦੇ ਵਿੱਚ। ਕਿ ਜੜਤਾ ਜਾਂ ਇਨਰਸ਼ੀਆ ਆ ਜਾਏ ਉੱਥੇ ਤਾਂ ਕੀ ਹੁੰਦਾ? ਇਹਦੇ ਵਿੱਚੋਂ ਕੁਐਸਚਨ ਵੀ ਬਣ ਸਕਦਾ ਕਿ ਜੜਤਾ ਕਾਹਦੇ 'ਤੇ ਨਿਰਭਰ ਕਰਦੀ ਹੈ? ਪੁੰਜ 'ਤੇ, ਮਾਸ 'ਤੇ। ਕਲੀਅਰ ਹੈ ਜੀ ਇਹਨਾਂ? ਫਿਰ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਇੱਕ ਹੋਰ ਦੇ ਦੇਣਾ। ਦੇਖੋ ਮੰਨ ਲਓ ਆਪਣੇ ਕੋਲ ਕੀ ਹੈ, ਇੱਕ ਬਾਈਕ ਹੈਗੀ ਆ, ਬਾਈਕ ਤੋਂ ਬਾਅਦ ਨਾਲ ਆਪਣੇ ਕੋਲ ਕੀ ਹੈਗੀ ਹੈ? ਕਾਰ ਹੈਗੀ ਹੈ। ਹੁਣ ਦੇਖੋ ਬਾਈਕ ਦਾ ਪੈਟਰੋਲ ਖਤਮ ਹੋ ਗਿਆ, ਬਹੁਤ ਵਧੀਆ ਐਗਜ਼ਾਮਪਲ ਹੈ, ਧਿਆਨ ਨਾਲ ਤੁਹਾਨੂੰ ਚੰਗੀ ਤਰ੍ਹਾਂ ਜੜਤਾ ਕਲੀਅਰ ਹੋ ਜੂਗੀ। ਬਾਈਕ ਦਾ ਪੈਟਰੋਲ ਖਤਮ ਹੋ ਗਿਆ, ਤੁਸੀਂ ਬਾਈਕ ਤੋਂ ਉਤਰੇ, ਉਹਨੂੰ ਧੱਕਾ ਲੈ ਕੇ ਪੈਟਰੋਲ ਪੰਪ 'ਤੇ ਲੈ ਗਏ, ਠੀਕ ਹੈ ਜੀ। ਉਸ ਤੋਂ ਬਾਅਦ ਕਾਰ ਦਾ ਪੈਟਰੋਲ ਖਤਮ ਹੋ ਗਿਆ, ਤੁਹਾਨੂੰ 2 ਜਣਿਆਂ ਨੂੰ ਆਵਾਜ਼ ਮਾਰਨੀ ਪਈ ਕਾਰ ਨੂੰ ਪੈਟਰੋਲ ਪੰਪ ਤੱਕ ਲਿਜਾਣ ਵਾਸਤੇ। ਪਹਿਲਾਂ ਉਹ ਕੀ ਸੀ? ਵਿਰਾਮ ਅਵਸਥਾ ਦੇ ਵਿੱਚ ਆ ਗਏ ਸੀ ਦੋਨੋਂ, ਕਿਉਂਕਿ ਪੈਟਰੋਲ ਖਤਮ ਹੋ ਗਿਆ ਸੀ। ਜਦੋਂ ਇਹਦੇ 'ਤੇ ਕੀ ਹੈ? ਬਲ ਘੱਟ ਲੱਗਿਆ, ਇਹਦੇ 'ਤੇ ਜ਼ਿਆਦਾ ਲੱਗਿਆ। ਇਹਦਾ ਕੀ ਹੈ? ਪੁੰਜ ਕੀ ਹੈ? ਜ਼ਿਆਦਾ ਹੈ, ਤਾਂ ਇਹਦੀ ਜੜਤਾ ਕੀ ਹੋਈ? ਜ਼ਿਆਦਾ ਆਪਣੇ ਕੋਲੇ। ਕਲੀਅਰ ਹੈ ਜੀ ਇਹਨਾਂ ਸਾਰਿਆਂ ਨੂੰ ਕਿ ਜਿਹਨਾਂ ਦਾ ਜੜਤਾ ਉਹ ਨਿਰਭਰ ਕਾਹਦੇ 'ਤੇ ਕਰਦੀ ਹੈ? ਪੁੰਜ 'ਤੇ। ਨੈਕਸਟ ਆ ਜਾਂਦੇ ਜੀ ਆਪਾਂ। ਜੜਤਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ? 3 ਪ੍ਰਕਾਰ ਦੀ। ਇਨਰਸ਼ੀਆ ਆਫ ਰੈਸਟ, ਵਿਰਾਮ ਅਵਸਥਾ ਦੀ, ਇਨਰਸ਼ੀਆ ਆਫ ਮੋਸ਼ਨ, ਗਤੀ ਜੜਤਾ, ਇਨਰਸ਼ੀਆ ਆਫ ਡਾਇਰੈਕਸ਼ਨ, ਦਿਸ਼ਾ ਜੜਤਾ। ਤਿੰਨੋਂ ਇਹ ਨਾ ਸੋਚਿਓ ਕਿ ਐਗਜ਼ਾਮਪਲਾਂ ਇਹਦੀਆਂ ਬਹੁਤ ਟਫ ਹੋਣਗੀਆਂ ਜਾਂ ਇਹਦੀ ਡੈਫੀਨੇਸ਼ਨ ਬਹੁਤ ਟਫ ਹੋਊਗੀ। ਬਿਲਕੁਲ ਸਿੰਪਲ ਡੈਫੀਨੇਸ਼ਨ ਹੈ ਤਿੰਨਾਂ ਦੀ, ਤੁਹਾਨੂੰ ਅੱਗੇ ਕਰਵਾ ਹੀ ਦਿੰਦਾ ਮੈਂ। ਵਿਰਾਮ ਅਵਸਥਾ ਦੀ ਕੀ ਹੈ ਆਪਣੇ ਕੋਲੇ? ਜੇਕਰ ਕੋਈ ਵਸਤੂ ਵਿਰਾਮ ਅਵਸਥਾ ਵਿੱਚ ਹੈ, ਠੀਕ ਹੈ ਜੀ, ਉਹ ਉਨਾ ਚਿਰ ਵਿਰਾਮ ਅਵਸਥਾ ਵਿੱਚ ਰਹੂਗੀ ਜਿੰਨਾ ਚਿਰ ਉਹਦੇ 'ਤੇ ਬਾਰੀ ਬਲ ਨਹੀਂ ਲੱਗੂਗਾ। ਵਿਰਾਮ ਅਵਸਥਾ ਹੁਣ ਗਤੀ ਦੀ ਉਵੇਂ ਹੈ, ਜੇਕਰ ਕੋਈ ਵਸਤੂ ਗਤੀ ਕਰ ਰਹੀ ਹੈ ਉਹਨਾਂ ਚਿਰ ਉਹ ਗਤੀ ਕਰਦੀ ਰਹੂ ਜਿੰਨਾ ਚਿਰ ਉਹਦੇ 'ਤੇ ਬਲ ਨਹੀਂ ਲੱਗੂਗਾ। ਨੈਕਸਟ ਆਪਣੇ ਕੋਲੇ ਦਿਸ਼ਾ, ਜੇਕਰ ਕੋਈ ਵਸਤੂ ਖਾਸ ਦਿਸ਼ਾ ਵਿੱਚ ਜਾ ਰਹੀ ਹੈ ਉਹਨਾਂ ਚਿਰ ਉਹ ਦਿਸ਼ਾ ਚੇਂਜ ਨਹੀਂ ਕਰੇਗੀ ਜਾਂ ਰੁਕੇਗੀ ਨਹੀਂ ਜਿੰਨਾ ਚਿਰ ਉਹਦੇ 'ਤੇ ਬਾਰੀ ਬਲ ਨਹੀਂ ਲੱਗੂਗਾ। ਆਪਣੇ ਹੁਣ ਇਹਦੀਆਂ ਐਗਜ਼ਾਮਪਲਾਂ ਵੀ ਲੈ ਲੈਂਦੇ ਹਾਂ। ਵਿਰਾਮ ਅਵਸਥਾ ਲਈ ਆਪਾਂ ਉਹੀ ਲੈ ਲੈਂਦੇ ਹਾਂ। ਮੰਨ ਲਓ ਆਪਣੇ ਕੋਲ ਬੋਲ ਪਈ ਹੋਈ ਹੈ, ਠੀਕ ਹੈ ਜੀ, ਫੁੱਟਬਾਲ ਹੈਗੀ ਆ, ਫੁੱਟਬਾਲ ਹੈਗੀ ਆ, ਪਲੇਅਰ ਆਇਆ ਉੱਧਰੋਂ, ਉਹਨੇ ਕੀ ਕੀਤਾ? ਕਿੱਕ ਕਰਤੀ ਇਹਨੂੰ। ਕਿੱਕ ਕਰਨ ਤੋਂ ਬਾਅਦ ਵਿਰਾਮ ਅਵਸਥਾ ਜਿਹੜੀ ਉਹ ਖਤਮ ਹੋ ਗਈ, ਠੀਕ ਹੈ ਜੀ। ਉਹਦੇ ਵਿੱਚ ਆਪਣੇ ਕੋਲ ਕੀ ਆ ਗਿਆ ਕਿ ਵਿਰਾਮ ਅਵਸਥਾ ਜਿਹੜੀ ਜੜਤਾ ਦੀ ਉਦੋਂ ਤੱਕ ਨਹੀਂ ਖਤਮ ਹੁੰਦੀ ਜਿੰਨਾ ਚਿਰ ਉਹਦੇ ਉੱਤੋਂ ਬਾਰੀ ਬਲ ਨਹੀਂ ਲਗਾਇਆ ਜਾਂਦਾ। ਗਤੀ ਜੜਤਾ ਉਵੇਂ ਹੀ, ਜੇ ਮੰਨ ਲਓ ਬੋਲ ਇੱਧਰੋਂ ਗਤੀ ਕਰ ਰਹੀ ਹੈ, ਗਤੀ ਜੜਤਾ ਉਦੋਂ ਖਤਮ ਹੋ ਗਈ ਜਦੋਂ ਦੂਸਰੇ ਪਲੇਅਰ ਨੇ ਆ ਕੇ ਇਹਦੇ 'ਤੇ ਬਲ ਲਾਤਾ ਅਤੇ ਇਹਨੂੰ ਫੜ ਕੇ ਆਪਣੇ ਕੋਲ ਰੱਖ ਲਿਆ ਜਾਂ ਦੂਸਰੇ ਪਲੇਅਰ ਦੇ ਵੱਲ ਸਿੱਟ ਦਿੱਤਾ। ਨੈਕਸਟ ਆਪਣੇ ਕੋਲ ਦਿਸ਼ਾ। ਦਿਸ਼ਾ ਉਹੀ ਬੋਲ ਵਾਲੀ ਲੈ ਲਓ ਕਿ ਬੋਲਾਂ ਆ ਰਹੀਆਂ ਇੱਧਰ ਨੂੰ, ਅਤੇ ਜੇ ਉਹਨਾਂ ਦੇ ਉੱਤੇ ਕੀ ਹੈ? ਆਪਸ ਦੇ ਵਿੱਚ ਟਕਰਾ ਗਿਆ, ਉਹਨਾਂ ਨੇ ਕੀ ਕਰ ਲਿਆ? ਦਿਸ਼ਾ ਚੇਂਜ ਕਰ ਲਈ। ਜਾਂ ਇੱਕ ਹੋਰ ਐਗਜ਼ਾਮਪਲ ਲੈ ਲਓ, ਮੰਨ ਲਓ ਇੱਕ ਬਾਈਕ ਖੜੀ ਹੋਈ ਹੈ ਜਾਂ ਕਾਰ ਲਾ ਲਓ। ਕਾਰ ਹੈ ਜਿਹੜੀ ਇੱਕ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਹੈ, ਤੁਸੀਂ ਕਾਰ ਡਰਾਈਵ ਕਰ ਰਹੇ ਹੋ, ਕਾਰ ਇੱਕ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਹੈ, ਉਹਨਾਂ ਚਿਰ ਉਹ ਡਾਇਰੈਕਸ਼ਨ ਚੇਂਜ ਨਹੀਂ ਕਰੂਗੀ ਜਿੰਨਾ ਚਿਰ ਤੁਸੀਂ ਉਹਦੇ ਉੱਤੇ ਫੋਰਸ ਨਹੀਂ ਲਾਓਗੇ। ਸਟੀਅਰਿੰਗ ਨੂੰ ਜੇ ਮੰਨ ਲਓ ਸਿੰਪਲ ਸਟੀਅਰਿੰਗ ਨੂੰ ਘੁਮਾਤਾ, ਸਾਰਾ ਜਿਹੜਾ ਫੋਰਸ ਹੈ ਟਾਇਰਾਂ ਦੇ ਉੱਪਰ ਆ ਗਿਆ, ਟਾਇਰ ਹੈ ਜਿਹੜੇ ਆਪਣੀ ਦਿਸ਼ਾ ਚੇਂਜ ਕਰ ਲੈਣਗੇ। ਨੈਕਸਟ ਆਪਣੇ ਕੋਲ ਸੰਵੇਗ ਕੀ ਹੁੰਦਾ? ਮੋਮੈਂਟਮ। ਸਵਿੰਗ ਦਾ ਬਸ ਤੁਸੀਂ ਫਾਰਮੂਲਾ ਯਾਦ ਰੱਖਣਾ, ਪੀ ਵੈਕਟਰ, ਠੀਕ ਹੈ ਜੀ, ਪੀ ਵੈਕਟਰ ਐਮ ਮਲਟੀਪਲਾਈ ਵੀ। ਐਮ ਕੀ ਹੁੰਦਾ? ਮਾਸ। ਵੀ ਆਪਣੇ ਕੋਲ ਵੈਲੋਸਿਟੀ, ਆਪਾਂ ਚੰਗੀ ਤਰ੍ਹਾਂ ਵੈਲੋਸਿਟੀ ਕੀਤੀ ਹੈ। ਵੈਲੋਸਿਟੀ ਦਾ ਫਾਰਮੂਲਾ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ, ਵਿਸਥਾਪਨ ਬਟਾ ਸਮਾਂ। ਜਿਹੜੀ ਵੈਲੋਸਿਟੀ ਹੁੰਦੀ ਹੈ ਉਹ ਕਿਹੜੀ ਕੁਆਂਟਿਟੀ ਹੁੰਦੀ ਹੈ? ਵੈਕਟਰ ਕੁਆਂਟਿਟੀ, ਠੀਕ ਹੈ ਜੀ। ਤਾਂ ਫਿਰ ਜਿਹੜਾ ਸੰਵੇਗ ਵੀ ਕਿਹੜੀ ਕੁਆਂਟਿਟੀ ਹੋਇਆ? ਵੈਕਟਰ ਕੁਆਂਟਿਟੀ। ਯਾਦ ਰੱਖ ਲਿਓ, ਇਹ ਕੁਐਸਚਨ ਵੀ ਬਣ ਸਕਦਾ। ਜਿਹੜਾ ਮੋਮੈਂਟਮ ਹੈ, ਸੰਵੇਗ ਹੈ, ਉਹ ਕਿਹੜੀ ਕੁਆਂਟਿਟੀ ਹੈ? ਵੈਕਟਰ ਕੁਆਂਟਿਟੀ। ਕਿਹੜੀ ਰਾਸ਼ੀ ਹੈ? ਵੈਕਟਰ ਰਾਸ਼ੀ, ਠੀਕ ਹੈ ਜੀ, ਸਦਿਸ਼ ਰਾਸ਼ੀ। ਨੈਕਸਟ ਆਪਣੇ ਕੋਲੇ ਪਰਿਮਾਣ ਅਤੇ ਦਿਸ਼ਾ ਦੋਨੋਂ ਹੁੰਦੀਆਂ ਇਹਦੇ ਵਿੱਚ। ਇਹ ਤਾਂ ਆਪਾਂ ਕਿੰਨੇ ਵਾਰੀ ਕੀਤਾ ਹੋਇਆ। ਜਿਹੜਾ ਇਹਦਾ SI ਯੂਨਿਟ ਕੀ ਹੈ? kg ਮੀਟਰ ਪ੍ਰਤੀ ਸੈਕਿੰਡ।
बस इन्नी चीज़ तुसी नोट डाउन करनी है, वीडियो पॉज करके भला दी कर लो। दोबारा फिर रिपीट डाउन कर देना मैं। संवेग का जिहड़ा फार्मूला की हुंदा पी वैक्टर इक्वल टू एम मल्टीप्लाई वी, मास मल्टीप्लाई वेलोसिटी। मास नूं आपां काहदे च लिखदे हुंदे आ? केजी दे विच, ठीक है जी। वेलोसिटी दा अपना विस्थापन बटा समा, विस्थापन बटा सवा नूं आपां काहदे च लिख सकदे आ? विस्थापन नूं एम दे विच, मीटर दे विच, ते समय नूं सैकेंड दे विच। फिर अपने कोल एसआई यूनिट की बन गया? केजी मीटर प्रति सैकेंड। तां करके एसआई यूनिट बनिया। ਤੁਹਾਨੂੰ ਮੈਨੂੰ ਲੱਗਦਾ ਸਾਰਿਆਂ ਨੂੰ ਜਿਹੜਾ ਆਪਾਂ ਪਿੱਛੇ ਕੀਤਾ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਣਾ। ਕਿਸੇ ਨੂੰ ਕਿਸੇ ਤਰ੍ਹਾਂ ਦੀ ਡੈਫੀਨੇਸ਼ਨ ਦੇ ਵਿੱਚ ਕਨਫਿਊਜ਼ਨ ਨਹੀਂ ਹੋਣੀ, ਕਿਉਂਕਿ ਆਪਾਂ ਅੱਗੋਂ ਨਿਊਟਨ ਦੇ ਲੋ ਕਰਨੇ ਆ। ਫਸਟ ਨਿਊਟਨ ਲੋ ਆਫ ਮੋਸ਼ਨ, ਤਿੰਨ ਤਰ੍ਹਾਂ ਦੇ, ਇਹ ਵੀ ਨੋਟ ਕਰ ਲਿਓ। ਫਸਟ ਉਹਨਾਂ ਨੇ ਨਿਊਟਨ ਨੇ ਬੁੱਕ ਲਿਖੀ ਸੀ, ਠੀਕ ਹੈ ਜੀ, ਪ੍ਰਿੰਸਪੀਆ। ਇਹਦੇ ਵਿੱਚ ਕਿੰਨੇ 1687 ਈਸਵੀ ਦੇ ਵਿੱਚ ਲਿਖੀ ਸੀਗੀ। ਇਹਦੇ ਵਿੱਚ ਕੀ ਆਪਣੇ ਕੋਲ ਨਿਊਟਨ ਫਸਟ ਲੋ, ਇਹਨੂੰ ਕੀ ਕਿਹਾ ਜਾਂਦਾ ਯਾਦ ਕਰ ਲਿਓ। ਨਿਊਟਨ ਦੇ ਫਸਟ ਲੋ ਨੂੰ ਤਿੰਨ ਨਾਮਾਂ ਨਾਲ ਜਾਣਿਆ ਜਾਂਦਾ। ਇੱਕ ਤਾਂ ਨਿਊਟਨ ਦਾ ਫਸਟ ਲੋ, ਨੈਕਸਟ ਹੈ ਗੈਲੀਲੀਓ ਲੋ ਆਫ ਮੋਸ਼ਨ, ਅਤੇ ਉਦੋਂ ਬਾਅਦ ਤੀਜਾ ਹੈਗਾ ਲਾਸਟ ਵਾਲਾ ਲੋ ਆਫ ਇਨਰਸ਼ੀਆ। ਇਹ ਤਿੰਨੇ ਨਾਮਾਂ ਨਾਲ ਜਾਣਿਆ ਜਾਂਦਾ। ਮੈਂ ਫਿਰ ਰਿਪੀਟ ਆਊਟ ਕਰ ਦਿੰਦਾ। ਨਿਊਟਨ ਫਸਟ ਲੋ ਆਫ ਗੈਲੀਲੀਓ, ਸੌਰੀ ਨਿਊਟਨ ਫਸਟ ਲੋ, ਉਹ ਸੈਕਿੰਡ ਹੈਗਾ ਗੈਲੀਲੀਓ ਲੋ ਆਫ ਮੋਸ਼ਨ, ਥਰਡ ਹੈਗਾ ਲੋ ਆਫ ਇਨਰਸ਼ੀਆ। ਨੈਕਸਟ ਆਪਣੇ ਕੋਲੇ ਫਸਟ ਲੋ ਦੇ ਵਿੱਚ ਕੀ ਆਉਂਦਾ? ਜੇਕਰ ਕੋਈ ਵਸਤੂ ਗਤੀ ਵਿੱਚ ਹੈ, ਮੰਨ ਲਓ ਗਤੀ ਕਰ ਰਹੀ ਹੈ ਕੋਈ ਵਸਤੂ, ਉਹ ਗਤੀ ਵਿੱਚ ਹੀ ਰਹੇਗੀ, ਉਹ ਗਤੀ ਵਿੱਚ ਹੀ ਰਹੇਗੀ। ਵਿਰਾਮ ਅਵਸਥਾ ਵਾਲੀ ਵਸਤੂ ਵਿਰਾਮ ਅਵਸਥਾ ਵਿੱਚ ਹੀ ਰਹੇਗੀ, ਅਤੇ ਜਦੋਂ ਤੱਕ ਉਸ ਉੱਪਰ ਕੋਈ ਬਾਹਰੀ ਬਲ ਨਹੀਂ ਲਗਾਇਆ ਜਾਂਦਾ। ਉਹੀ ਆਪਣੀਆਂ, ਮੈਨੂੰ ਲੱਗਦਾ ਨਹੀਂ ਵੈਸੇ ਤੁਹਾਨੂੰ ਐਗਜ਼ਾਮਪਲ ਦੇਣ ਦੀ ਲੋੜ ਹੈ, ਪਰ ਉਹੀ ਚੀਜ਼ਾਂ ਵਾਰੀ ਵਾਰੀ ਰਿਪੀਟ ਹੋ ਰਹੀਆਂ, ਐਗਜ਼ਾਮਪਲਾਂ ਰਿਪੀਟ ਹੋ ਰਹੀਆਂ ਜਿਹੜੀਆਂ ਤੁਸੀਂ ਪਹਿਲਾਂ ਕੀਤੀਆਂ ਹੋਈਆਂ। ਇਹਦੇ ਵਿੱਚ ਦੇਖੋ, ਜੇ ਮੰਨ ਲਓ ਵਿਰਾਮ ਅਵਸਥਾ ਦੇ ਵਿੱਚ ਕੋਈ ਚੀਜ਼ ਹੈਗੀ ਆ, ਤੁਹਾਨੂੰ ਮੈਂ ਉਹੀ ਪਹਿਲਾਂ ਵਾਲੀ ਦੱਸ ਦਿੰਦਾ। ਵਿਰਾਮ ਉਹਨਾਂ ਚਿਰ ਇਹ ਵਿਰਾਮ ਅਵਸਥਾ ਵਿੱਚ ਹੀ ਰਹੂਗੀ ਬੋਲ, ਜਿੰਨਾ ਚਿਰ ਉਹਦੇ ਉੱਤੇ ਕੋਈ ਕਿੱਕ ਨਹੀਂ ਲੱਗੂਗੀ, ਮਤਲਬ ਬਲ ਨਹੀਂ ਲੱਗੂਗਾ। ਜੇ ਮੰਨ ਲਓ ਕੋਈ ਚੀਜ਼ ਵਸਤੂ ਗਤੀ ਕਰ ਰਹੀ ਹੈ, ਉਹੀ ਬੋਲ ਵਾਲੀ ਆਪਾਂ ਲੈ ਲੈਂਦੇ ਹਾਂ। ਜੇ ਮੰਨ ਲਓ ਬੋਲ ਇੱਧਰ ਨੂੰ ਗਤੀ ਕਰ ਰਹੀ ਹੈ, ਉਹਨਾਂ ਚਿਰ ਇਹ ਗਤੀ ਕਰਦੀ ਰਹੂਗੀ ਜਿੰਨਾ ਚਿਰ ਫੀਲਡਰ ਇਹਨੂੰ ਆ ਕੇ ਰੋਕੂਗਾ ਨਹੀਂ। ਇਹ ਕਾਹਦੇ ਵਿੱਚ ਆਉਂਦਾ? ਨਿਊਟਨ ਦੇ ਫਸਟ ਲੋ ਦੇ ਵਿੱਚ। ਨਿਊਟਨ ਦੇ ਫਸਟ ਲੋ ਦੇ ਵਿੱਚ ਆਪਾਂ ਨੂੰ ਕੀ ਮਿਲਦਾ? ਬਲ ਦੀ ਪਰਿਭਾਸ਼ਾ ਨਿਊਟਨ ਦੇ ਫਸਟ ਲੋ ਦੇ ਵਿੱਚ ਮਿਲਦੀ ਹੈ। ਕੁਐਸਚਨ ਬਣ ਸਕਦਾ, ਨੋਟ ਕਰ ਲਿਓ ਕਿ ਜਿਹੜੀ ਬਲ ਦੀ ਪਰਿਭਾਸ਼ਾ ਹੈ ਉਹ ਕਿੱਥੋਂ ਮਿਲਦੀ ਹੈ? ਨਿਊਟਨ ਦੇ ਫਸਟ ਲੋ ਦੇ ਵਿੱਚੋਂ। ਨੈਕਸਟ ਆਪਣੇ ਕੋਲ ਨਿਊਟਨ ਦਾ ਸੈਕਿੰਡ ਲੋ, ਫੋਰਸ, ਠੀਕ ਹੈ ਜੀ, ਪ੍ਰਪੋਰਸ਼ਨਲ ਡਾਇਰੈਕਸ਼ਨ, ਪ੍ਰਪੋਰਸ਼ਨਲ ਹੁੰਦਾ, ਡਾਇਰੈਕਟ ਪ੍ਰਪੋਰਸ਼ਨਲ ਹੁੰਦਾ ਕਾਹਦੇ? ਰੇਟ ਆਫ ਚੇਂਜ ਆਫ ਮੋਮੈਂਟਮ ਦੇ। ਜਿਹੜਾ ਫੋਰਸ ਹੁੰਦਾ, ਦੁਬਾਰਾ ਫਿਰ ਸੁਣ ਲਓ, ਫੋਰਸ ਹੁੰਦਾ ਡਾਇਰੈਕਟਲੀ ਪ੍ਰਪੋਰਸ਼ਨ ਹੁੰਦਾ ਰੇਟ ਆਫ ਚੇਂਜ ਆਫ ਮੋਮੈਂਟਮ ਦੇ। ਇਹਦੀ ਐਗਜ਼ਾਮਪਲ ਆਪਾਂ ਕਰ ਲੈਂਦੇ ਹਾਂ। ਕਿਸੇ ਵਸਤੂ ਦੇ ਸੰਵੇਗ ਦੇ ਪਰਿਵਰਤਨ ਦੀ ਦਰ, ਨੋਟ ਕਰੀ ਚੱਲਿਓ, ਕਿਸੇ ਵਸਤੂ ਦੇ ਸੰਵੇਗ ਦੇ ਪਰਿਵਰਤਨ ਦੀ ਦਰ, ਠੀਕ ਹੈ ਜੀ। ਕੋਈ ਵਸਤੂ ਹੈ, ਉਹਦੇ ਸੰਵੇਗ ਦੇ ਮੋਮੈਂਟਮ ਦੇ ਪਰਿਵਰਤਨ ਦੀ ਦਰ, ਜਿਹੜੀ ਪਰਿਵਰਤਨ ਦੀ ਦਰ ਹੈ, ਉਸ ਵਸਤੂ 'ਤੇ ਲਗਾਏ ਗਏ ਬਲ ਦੇ ਸਿੱਧਾ ਅਨੁਪਾਤੀ ਹੋਵੇਗੀ, ਡਾਇਰੈਕਟਲੀ ਪ੍ਰਪੋਰਸ਼ਨ ਹੋਵੇਗੀ, ਅਤੇ ਕਿਰਿਆ ਕਰ ਰਹੇ ਬਲ ਦੀ ਦਿਸ਼ਾ ਵਿੱਚ ਹੀ ਸੰਵੇਗ ਦਾ ਪਰਿਵਰਤਨ ਹੋਵੇਗਾ। ਇੱਕ ਵਾਰੀ ਫਿਰ ਰੀਡ ਆਊਟ ਕਰ ਦਿੰਦਾ ਮੈਂ। ਜੇ ਕੋਈ ਵਸਤੂ ਹੈ, ਠੀਕ ਹੈ ਜੀ, ਉਹ ਸੰਵੇਗ ਦੇ ਪਰਿਵਰਤਨ ਦੀ ਦਰ, ਜਿਹੜਾ ਆਪਣਾ ਮੋਮੈਂਟਮ ਹੈ, ਉਹਦੇ ਪਰਿਵਰਤਨ ਦੀ ਦਰ ਉਸ ਵਸਤੂ 'ਤੇ ਲਗਾਏ ਗਏ ਬਲ ਉੱਤੇ ਡਾਇਰੈਕਟਲੀ ਪ੍ਰਪੋਰਸ਼ਨ ਹੋਵੇਗੀ, ਮਤਲਬ ਪੂਰੀ ਤਰ੍ਹਾਂ ਡਿਪੈਂਡ ਉਹਦੇ ਉੱਤੇ ਕਰੇਗੀ। ਜਿਹੜਾ ਉਹਦੇ ਉੱਤੇ ਬਲ ਲਗਾਇਆ ਜਾ ਰਿਹਾ, ਕਿਰਿਆ ਕਰ ਰਹੇ ਬਲ ਦੀ ਦਿਸ਼ਾ, ਜਿਹੜੀ ਕਿਰਿਆ ਕਰ ਰਿਹਾ ਬਲ ਦੀ ਦਿਸ਼ਾ ਸੰਵੇਗ ਦਾ ਪਰਿਵਰਤਨ ਹੋਵੇਗੀ, ਠੀਕ ਹੈ ਜੀ। ਬਲ ਦੀ ਦਿਸ਼ਾ ਵਿੱਚ ਸੰਵੇਗ ਦਾ ਪਰਿਵਰਤਨ ਹੋਵੇਗਾ। ਕਲੀਅਰ ਹੈ ਜੀ ਇਹਨਾਂ ਸਾਰਿਆਂ ਨੂੰ? ਨੈਕਸਟ ਆਪਾਂ ਦੇਖਦੇ ਹਾਂ ਹੁਣ। ਨੈਕਸਟ ਆਪਣੇ ਕੋਲ ਕੀ ਹੈਗਾ? ਫੋਰਸ ਦਾ। ਇਹ ਆਪਾਂ ਕਲੀਅਰ ਕਰਨਾ ਹੁਣ। ਇੱਕ ਤਾਂ ਤੁਹਾਨੂੰ ਪਹਿਲਾਂ ਦੱਸਤਾ ਸੀ ਮੈਂ, ਇਹ ਚੰਗੀ ਤਰ੍ਹਾਂ ਧਿਆਨ ਨਾਲ ਸਮਝ ਲਿਓ। ਮੈਂ 2 ਵਾਰ ਸਮਝਾ ਦੂੰਗਾ ਕਿ ਜਿਹੜਾ ਨਿਊਟਨ ਦੇ ਸੈਕਿੰਡ ਲਾ ਦੇ ਵਿੱਚੋਂ ਆਪਾਂ ਨੂੰ ਕੀ ਮਿਲਦਾ? ਫਾਰਮੂਲਾ ਮਿਲਦਾ ਫੋਰਸ ਦਾ। ਫਸਟ ਲਾ ਦੇ ਵਿੱਚੋਂ ਕੀ ਮਿਲਦਾ? ਪਰਿਭਾਸ਼ਾ ਮਿਲਦੀ ਹੈ। ਹੁਣ ਇਹ ਫਾਰਮੂਲਾ ਬਣਿਆ ਕਿਵੇਂ, ਇਹ ਚੰਗੀ ਤਰ੍ਹਾਂ ਸਮਝ ਲਿਓ। ਕਿਸੇ ਦੇ ਦਿਮਾਗ ਦੇ ਵਿੱਚੋਂ ਸਕਿਪ ਨਹੀਂ ਹੋਣਾ ਚਾਹੀਦਾ। ਮੋਸਟ ਇੰਪੋਰਟੈਂਟ ਹੈ ਇਹ, ਧਿਆਨ ਨਾਲ ਸੁਣ ਲਿਓ ਬਸ ਇਹ 2 ਮਿੰਟ। ਫਸਟ ਆਪਣੇ ਕੋਲ ਕੀ ਹੈ? ਮੋਮੈਂਟਮ, ਜਿਹਨੂੰ ਆਪਾਂ ਕੀ ਕਹਿੰਦੇ ਆ? ਸੰਵੇਗ। ਪੀ ਵੈਕਟਰ ਇਕੁਅਲ ਟੂ ਐਮ ਮਲਟੀਪਲਾਈ ਵੀ, ਠੀਕ ਹੈ ਜੀ। ਇਹ ਆਪਾਂ ਪਹਿਲਾਂ ਵੀ ਕੀਤਾ ਹੋਇਆ। ਜਿਹੜਾ ਇਹਨੂੰ ਕੀ ਲਿਖ ਸਕਦੇ ਹਾਂ ਆਪਾਂ? ਮਾਸ ਨੂੰ kg ਦੇ ਵਿੱਚ, ਵੈਲੋਸਿਟੀ ਨੂੰ ਆਪਾਂ ਕਾਹਦੇ 'ਚ ਲਿਖ ਸਕਦੇ ਹਾਂ? ਮੀਟਰ ਪ੍ਰਤੀ ਸੈਕਿੰਡ ਦੇ ਵਿੱਚ। ਵੈਲੋਸਿਟੀ ਦਾ ਇੱਕ ਹੋਰ ਕੀਤਾ ਸੀਗਾ ਵਿਸਥਾਪਨ ਬਟਾ ਸਮਾਂ। ਕਲੀਅਰ ਹੈ ਜੀ ਨਾ? ਹੁਣ ਦੇਖੋ, ਜੇਕਰ ਕੋਈ ਵਸਤੂ ਰੁਕੀ ਹੋਈ ਹੈ ਤਾਂ ਉਸ ਦਾ ਸੰਵੇਗ ਕੀ ਹੋਊਗਾ? 0 ਹੋਊਗਾ। ਕਿਉਂ? ਇੱਕ ਛੋਟੀ ਜਿਹੀ ਤੁਹਾਨੂੰ ਐਗਜ਼ਾਮਪਲ ਦੇ ਦੇਣਾ। ਮੰਨ ਲਓ ਆਪਣੇ ਕੋਲੇ ਮਾਸ ਕਿੰਨਾ ਹੈ? 10 kg ਹੈ,
ठीक है जी, ਜਾਂ 5 kg ਲਾ ਲਓ, ਜਿੰਨਾ ਮਰਜ਼ੀ ਲਾ ਲਓ ਤੁਸੀਂ। ਉਦੋਂ ਬਾਅਦ ਕੀ ਹੈ, ਮਾਸ ਆਪਣੇ ਕੋਲੇ ਕਿੰਨਾ 5 kg ਹੈ, ਠੀਕ ਹੈ ਜੀ। ਉਹਨੂੰ ਵੈਲੋਸਿਟੀ ਕਿੰਨੀ ਹੈ ਆਪਣੇ ਕੋਲੇ 0, ਤੇ 5 kg ਜਿਹੜਾ ਕੀ ਹੈ 0 ਨਾਲ ਮਲਟੀਪਲਾਈ ਹੋ ਕੇ ਕੀ ਬਣ ਜੂਗਾ 0, ਕਿਉਂਕਿ ਜਦੋਂ ਉਹਦੇ ਉੱਤੇ ਕੋਈ ਬਲ ਹੀ ਨਹੀਂ ਲੱਗ ਰਿਹਾ ਤਾਂ ਉਹਦੀ ਕੀ ਹੈ ਆਟੋਮੈਟਿਕ ਕੀ ਹੋ ਜੂਗੀ, ਉਹਦੀ ਜਿਹੜਾ ਸੰਵੇਗ ਆ ਉਹ ਕੀ ਹੋ ਜੂਗਾ 0। ਮਤਲਬ ਉਹਦੀ ਜਿਹੜੀ ਮੋਮੈਂਟਮ ਹੈ, ਜਿਹੜੀ ਉਹਦੇ ਵਿੱਚ ਗਤੀ ਕਰਨ ਦੀ ਜਿਹੜੀ ਉਹਦੀ ਕਹ ਲਓ ਸਮਰੱਥ ਹੈ, ਠੀਕ ਹੈ ਜੀ, ਉਹ ਕੀ ਹੋਊਗੀ 0 ਹੋਊ, ਕਿਉਂਕਿ ਉਹਦੇ ਉੱਤੇ ਕੋਈ ਬਲ ਨਹੀਂ ਲੱਗ ਰਿਹਾ। ਕਿਉਂਕਿ ਆਪਾਂ ਪਿੱਛੇ ਵੀ 2-3 ਵਾਰ ਵੀ ਪੜ੍ਹ ਚੁੱਕੇ ਹਾਂ ਕਿ ਉਹਨਾਂ ਚਿਰ ਕੋਈ ਵਸਤੂ ਵਿਰਾਮ ਅਵਸਥਾ ਵਿੱਚ ਹੀ ਰਹੂਗੀ ਜਿੰਨਾ ਚਿਰ ਉਹਦੇ ਉੱਤੇ ਬਾਹਰੀ ਬਲ ਨਹੀਂ ਲੱਗਦਾ। ਨੈਕਸਟ ਆਪਣੇ ਕੋਲ ਕੀ ਹੈ M, 2M ਦਿੱਤੇ ਹੋਏ ਆ ਜੀ ਇੱਥੇ, ਠੀਕ ਹੈ ਜੀ। ਇਹਨੂੰ ਕੀ ਕਹਿੰਦੇ ਮਾਸ। ਨੈਕਸਟ ਆਪਣੇ ਕੋਲੇ U ਕਾਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਆਪਾਂ ਇਨੀਸ਼ੀਅਲ ਵੈਲੋਸਿਟੀ, ਤੇ V ਛੋਟੀ ਕਾਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਫਾਈਨਲ ਵੈਲੋਸਿਟੀ। ਇਹ ਪਹਿਲਾਂ ਵੀ ਤੁਹਾਨੂੰ ਚੰਗੀ ਤਰ੍ਹਾਂ ਕਨਸੈਪਟ ਸਮਝਾਤਾ। ਹੁਣ ਇਹ ਬਣਦਾ ਕਿਵੇਂ ਫਾਰਮੂਲਾ, ਇਹ ਚੀਜ਼ ਦੁਬਾਰਾ ਫਿਰ ਨੋਟ ਡਾਊਨ ਕਰ ਲਿਓ। ਜਿਹੜਾ P1 ਹੈ ਆਪਣੇ ਕੋਲੇ ਉਹ ਕਾਹਦੇ ਨਾਲ ਆਉਂਦਾ M × U, P2 M × V। ਇਨੀਸ਼ੀਅਲ ਕੀ ਹੁੰਦਾ ਆਪਣੇ ਕੋਲੇ ਸ਼ੁਰੂਆਤੀ ਵਾਲਾ, ਠੀਕ ਹੈ ਜੀ। U ਜਿਹਨੂੰ ਕਹਿੰਦੇ ਆਪਾਂ ਇਹ M ਨਾਲ ਮਲਟੀਪਲਾਈ ਹੋਈ ਜਾਂਦਾ। ਕਿਉਂ ਹੋਈ ਜਾਂਦਾ ਆ ਵੀ ਦੇਖ ਲਓ, ਜਿਹੜਾ M ਤੋਂ ਸਟਾਰਟ ਹੁੰਦਾ ਤੇ M ਨਾਲ ਹੀ ਮਲਟੀਪਲਾਈ ਹੈ, M ਤੋਂ ਜਿਹੜੀ V ਸਟਾਰਟ ਹੁੰਦੀ ਆ ਉਹ V ਨਾਲ ਮਲਟੀਪਲਾਈ ਹੋਊਗਾ। ਜਿਹੜੀ ਫਾਈਨਲ ਹੈ ਉਹ M × V, ਜਿਹੜੀ P2 ਹੈ ਉਹ M × V ਆਊਗੀ, ਤੇ ਜਿਹੜੀ P1 ਹੈ ਉਹ M × U ਆਊਗੀ। ਇੰਨਾ ਕਲੀਅਰ ਹੈ ਸਾਰਿਆਂ ਨੂੰ। ਨੈਕਸਟ ਦੇਖੋ ਹੁਣ ਆਪਣੇ ਕੋਲੇ ਕੀ ਬਣਦਾ। ਨੈਕਸਟ ਆਪਣੇ ਕੋਲੇ ਬਣਦਾ ਦੇਖੋ F ਹੈ ਜਿਹੜੀ ਆਪਣੇ ਕੋਲੇ, ਠੀਕ ਹੈ ਜੀ, ਫੋਰਸ P2 ਆਪਣੇ ਕੋਲੇ P × V, ਠੀਕ ਹੈ ਜੀ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ V × U ਜਿਹੜਾ ਕੀ ਹੁੰਦਾ ਵੈਲੋਸਿਟੀ ਹੁੰਦੀ ਹੈ। ਇੰਨੇ ਚੀਜ਼ ਧਿਆਨ 'ਚ ਰੱਖਣੀ ਹੈ ਤੁਸੀਂ। ਦੇਖੋ ਇਸ ਤੋਂ ਬਾਅਦ ਕੀ ਹੈ P2 - P1 M × V, P ਹੈ, P1 ਕੀ ਹੈ M × U/T ਟਾਈਮ। ਹੁਣ ਇਸ ਤੋਂ ਬਾਅਦ ਕੀ ਲਿਖ ਸਕਦੇ ਹਾਂ ਆਪਾਂ M × ਚੋਂ M ਆਪਾਂ ਕੋਮਨ ਲੈ ਲਿਆ, ਠੀਕ ਹੈ ਜੀ। ਉਦੋਂ ਬਾਅਦ ਆਪਣੇ ਕੋਲ ਕੀ ਰਹਿ ਗਿਆ V - U/T। ਹੁਣ ਇਹ V - U/T ਕਿਹਦਾ ਫਾਰਮੂਲਾ ਹੁੰਦਾ ਐਕਸਲਰੇਸ਼ਨ ਦਾ। ਇੰਨੀ ਚੀਜ਼ ਕਨਫਰਮ ਹੈ ਸਾਰਿਆਂ ਨੂੰ। ਐਕਸਲਰੇਸ਼ਨ ਦਾ ਫਾਰਮੂਲਾ ਕੀ ਹੁੰਦਾ V - U/T, ਚੇਂਜ ਇਨ ਵੈਲੋਸਿਟੀ/T। ਤੁਹਾਨੂੰ ਮੈਂ 2-3 ਵਾਰੀ ਦੱਸਤੀ ਇਹ ਗੱਲ, ਵੈਲੋਸਿਟੀ ਦਾ ਚੇਂਜ ਇਨ ਵੈਲੋਸਿਟੀ/T ਕਿਹਦਾ ਫਾਰਮੂਲਾ ਹੁੰਦਾ ਐਕਸਲਰੇਸ਼ਨ ਦਾ। ਇਹਨੂੰ ਸਾਰੇ ਨੂੰ ਆਪਾਂ ਕੀ ਲਿਖ ਸਕਦੇ ਹਾਂ ਫਿਰ A, ਠੀਕ ਹੈ ਜੀ। F ਆ ਗਿਆ। ਉਦੋਂ ਬਾਅਦ ਆਪਣੇ ਕੋਲ ਇੱਥੇ ਕੀ ਰਹਿ ਗਿਆ M ਵਿੱਚ ਸਾਈਨ ਕਾਹਦਾ ਮਲਟੀਪਲਾਈ ਦਾ। ਇਹ ਆਪਣੇ ਕੋਲੇ ਪ੍ਰੂਫ ਹੋ ਗਿਆ ਕਿ ਜਿਹੜਾ ਸੈਕਿੰਡ ਲੋ ਦੇ ਵਿੱਚੋਂ ਆਪਾਂ ਨੂੰ ਫੋਰਸ ਦਾ ਫਾਰਮੂਲਾ ਮਿਲਦਾ। ਕਿਵੇਂ ਮਿਲਦਾ ਉਹ ਤੁਹਾਨੂੰ ਪ੍ਰੋਪਰ ਮੈਂ ਸਾਰਾ ਪ੍ਰੂਫ ਕਰਕੇ ਦੱਸਤਾ। ਹੁਣ ਦੇਖੋ ਇੱਕ ਹੋਰ ਚੀਜ਼, ਜਿਹੜਾ ਬਲ ਦਾ ਸੂਤਰ ਕੀ ਹੁੰਦਾ ਵੱਡੀ N, ਠੀਕ ਹੈ ਜੀ। ਸੰਵੇਗ ਦਾ ਸਿਰਫ ਵੈਲੋਸਿਟੀ ਚੇਂਜ ਹੁੰਦੀ ਹੈ, ਜਿਹੜੀ ਸੰਵੇਗ ਦੀ ਸਿਰਫ ਵੈਲੋਸਿਟੀ ਚੇਂਜ ਹੁੰਦੀ ਹੈ। 2 ਚੀਜ਼ਾਂ ਨੋਟ ਕਰ ਲਿਓ ਬਸ, ਸਾਰਿਆਂ ਨੂੰ ਕਲੀਅਰ ਹੋ ਗਿਆ ਹੋਣਾ। ਇਹ ਤੋਂ ਬਾਅਦ ਆਹ ਚੀਜ਼ਾਂ ਵੀ ਨੋਟ ਕਰ ਲਿਓ ਨਾਲ। ਜਿਹੜਾ ਫੋਰਸ ਹੈ ਇਨਵਰਸ ਪ੍ਰੋਪੋਰਸ਼ਨਲ ਹੁੰਦਾ ਕਾਹਦੇ ਟਾਈਮ ਦੇ। ਹੁਣ ਦੇਖੋ ਕੀ ਹੈ ਇਹਦੇ ਵਿੱਚ ਫੋਰਸ ਇਨਵਰਸਲੀ ਪ੍ਰੋਪੋਰਸ਼ਨਲ ਹੁੰਦਾ ਟਾਈਮ ਦੇ। ਇਹਦਾ ਜਿਹੜਾ ਨੋਟ ਡਾਊਨ ਫਾਰਮੂਲਾ ਕਰ ਲਿਓ ਛੋਟਾ ਜਿਹਾ। ਕਿਉਂ ਹੁੰਦਾ, ਜੇ ਫੋਰਸ ਘਟੂਗਾ ਤਾਂ ਟਾਈਮ ਵੱਧ ਜੂਗਾ, ਜੇ ਫੋਰਸ ਵਧੇਗਾ ਤਾਂ ਟਾਈਮ ਘਟ ਜੂਗਾ। ਦੇਖੋ ਹੁਣ ਇਹਦੀ ਐਗਜ਼ਾਮਪਲ ਦੇ ਦਿੰਦਾ ਮੈਂ। ਜੇ ਮੰਨ ਲਓ ਬਾਕਸ ਪਿਆ ਹੈ ਇੱਥੇ, ਜੇ ਆਪਾਂ ਉਹਨੂੰ ਹੌਲੀ ਹੌਲੀ ਧੱਕਾ ਲਾਵਾਂਗੇ, ਠੀਕ ਹੈ, ਉਹ 5 ਮਿੰਟ ਦੇ ਵਿੱਚ 10 ਮੀਟਰ ਦੂਰ ਜਾਊਗਾ। 100 ਮੀਟਰ ਲਾ ਲਓ, 100 ਮੀਟਰ ਦੂਰ ਜਾਊਗਾ 5 ਮਿੰਟ ਦੇ ਵਿੱਚ। ਜੇ ਆਪਾਂ ਉਹਨੂੰ ਪੂਰੇ ਜ਼ੋਰ ਨਾਲ ਧੱਕਾ ਲਾਵਾਂਗੇ, ਫੋਰਸ ਵਧਾਵਾਂਗੇ, ਤਾਂ ਟਾਈਮ ਕੀ ਘਟ ਜੂਗਾ, ਉਹ 2 ਮਿੰਟ ਦੇ ਵਿੱਚ 100 ਮੀਟਰ ਦੂਰ ਪਹੁੰਚ ਜੂਗਾ। ਕਲੀਅਰ ਹੈ ਇੰਨਾ। ਜਿਹੜਾ ਫੋਰਸ ਹੁੰਦਾ ਦੁਬਾਰਾ ਫਿਰ ਸੁਣ ਲਿਓ, ਇਨਵਰਸ ਪ੍ਰਪੋਰਸ਼ਨਲ ਹੁੰਦਾ, ਠੀਕ ਹੈ ਜੀ, ਕਾਹਦੇ ਟਾਈਮ ਦੇ। ਇਨਵਰਸ ਕੰਮ ਕਰਦਾ ਤੁਹਾਨੂੰ ਫਿਰ ਸਿੰਪਲ ਲੈਂਗੁਏਜ ਦੇ ਵਿੱਚ ਹੀ ਦੱਸ ਦਿੰਦਾ। ਜਿਹੜਾ ਬਲ ਹੈ ਉਹ ਸਮੇਂ ਦੇ ਉਲਟ ਕੰਮ ਕਰਦਾ। ਬਸ ਇੰਨਾ ਯਾਦ ਰੱਖ ਲਿਓ, ਜਿਹੜਾ ਬਲ ਹੈ ਉਹ ਸਮੇਂ ਦੇ ਉਲਟ ਕੰਮ ਕਰਦਾ। ਕਿਵੇਂ, ਜੇ ਬਲ ਵੱਧ ਗਿਆ ਤਾਂ ਸਮਾਂ ਘੱਟ ਜੂ, ਜੇ ਸਮਾਂ ਵੱਧ ਗਿਆ ਤਾਂ ਬਲ ਘੱਟ ਜੂਗਾ। ਬਸ ਇਹੀ ਸਿੰਪਲ ਫੰਡਾ ਜਿਹੜਾ ਇਨਵਰਸ ਪ੍ਰਪੋਰਸ਼ਨਲ ਹੁੰਦਾ। ਜਿਹੜਾ ਪਿਛਲਾ ਤੁਹਾਨੂੰ ਦੱਸਿਆ ਸੀਗਾ, ਜਿਹੜਾ ਮੋਮੈਂਟਮ ਦੀ ਗੱਲ ਕੀਤੀ ਸੀ ਆਪਾਂ, ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ, ਠੀਕ ਹੈ ਜੀ। ਇਹ ਆਪਾਂ ਪੜ੍ਹਿਆ ਸੀਗਾ, ਚੰਗੀ ਤਰ੍ਹਾਂ ਰੀਡ ਆਊਟ ਕਰ ਲਿਓ। ਆਹ ਦੇਖੋ ਜਿਹੜਾ ਫੋਰਸ ਹੈ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ ਰੇਟ ਆਫ ਚੇਂਜ ਆਫ ਮੋਮੈਂਟਮ ਦੇ। ਆਹ ਚੀਜ਼ਾਂ ਨੋਟ ਕਰਦੇ ਰਹਿਣਾ, ਨਿੱਕੀਆਂ ਨਿੱਕੀਆਂ ਚੀਜ਼ਾਂ ਛੱਡਿਓ ਨਾ ਤੁਸੀਂ ਕੋਈ ਵੀ। ਨੈਕਸਟ ਆਪਣੇ ਕੋਲੇ ਕੀ ਹੈਗਾ, ਨਿਊਟਨ ਦਾ 3rd ਲਾ, ਲਾਸਟ ਲਾ ਹੈਗਾ, ਚੰਗੀ ਤਰ੍ਹਾਂ ਰੀਡ ਆਊਟ ਕਰ ਲਿਓ। ਕੋਈ ਐਕਸ਼ਨ, ਧਿਆਨ ਨਾਲ ਸਮਝ ਲਿਓ ਸਾਰੇ ਜਣੇ, ਇੰਪੋਰਟੈਂਟ ਹੈ ਇਹ। ਕੋਈ ਐਕਸ਼ਨ ਹੋਊਗਾ, ਠੀਕ ਹੈ ਜੀ, ਉਸ ਦੇ ਉਲਟ ਰਿਐਕਸ਼ਨ ਹੋਊਗਾ। ਜੇ ਕੋਈ ਐਕਸ਼ਨ ਹੋਊਗਾ ਉਹਦੇ ਉਲਟ ਰਿਐਕਸ਼ਨ ਹੋਊਗਾ। ਕਦੋਂ,
ਜਦੋਂ ਓਪੋਜ਼ਿਟ ਇਨ ਡਾਇਰੈਕਸ਼ਨ ਹੋਵੇਗਾ। ਸੌਖੇ ਸ਼ਬਦਾਂ ਦੇ ਵਿੱਚ ਸੁਣ ਲਓ, ਕੋਈ ਵੀ ਕਿਰਿਆ ਦੇ ਉਲਟ ਪ੍ਰਤੀਕਿਰਿਆ ਹੋਵੇਗੀ, ਸਮਾਨ ਹੋਵੇਗੀ ਪਰ ਉਲਟ ਦਿਸ਼ਾ ਵਿੱਚ ਹੋਵੇਗੀ। ਜੇ ਕੋਈ ਕਿਰਿਆ ਹੋਊਗੀ ਤਾਂ ਉਹ ਉਲਟ ਪ੍ਰਤੀਕਿਰਿਆ ਹੋਵੇਗੀ, ਠੀਕ ਹੈ ਜੀ, ਸਮਾਨ ਹੋਊਗੀ ਪਰ ਉਲਟ ਦਿਸ਼ਾ ਦੇ ਵਿੱਚ ਹੋਊਗੀ। ਹੁਣ ਦੇ ਵੇਖੋ ਇਹਦੀ ਐਗਜ਼ਾਮਪਲ ਦੇ ਦਿੰਦਾ ਜੀ ਮੈਂ ਛੋਟੀ ਜੀ। ਪਹਿਲਾਂ ਇੱਕ ਸੰਵੇਗ ਦਾ ਪੜ੍ਹ ਲਓ, ਫਿਰ ਤੁਹਾਨੂੰ ਉਹਦੀ ਐਗਜ਼ਾਮਪਲ ਵੀ ਦੇ ਦੇਣਾ। ਸੰਵੇਗ ਦਾ ਸੁਰੱਖਿਆ ਨਿਯਮ ਕੀ ਹੁੰਦਾ? ਲਾਅ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ ਦਾ ਕੀ ਹੁੰਦਾ ਆਪਣੇ ਕੋਲ? ਜਦੋਂ ਕਿਸੇ ਸਿਸਟਮ 'ਤੇ ਕੋਈ ਬਾਹਰੀ ਬਲ ਕਿਰਿਆ ਨਹੀਂ ਕਰ ਰਿਹਾ ਤਾਂ ਉਸ ਸਿਸਟਮ ਦਾ ਕੁੱਲ ਸੰਵੇਗ ਸੁਰੱਖਿਅਤ ਹੁੰਦਾ ਹੈ, ਠੀਕ ਹੈ ਜੀ, ਸੁਰੱਖਿਅਤ ਰਹਿੰਦਾ ਹੈ। ਹੁਣ ਦੇਖੋ ਤੁਹਾਨੂੰ ਇਹ ਆਪਾਂ ਭਲਾਂ ਦੀ ਬਾਅਦ 'ਚੋਂ ਰੀਡ ਆਊਟ ਕਰ ਲਈਏ। ਹੁਣ ਦੇਖੋ ਇਹਦੇ ਵਿੱਚ ਕੀ ਆ, ਆਪਾਂ ਐਕਸ਼ਨ ਕਰਨਾ ਕੋਈ, ਮੰਨ ਲਓ ਆਪਾਂ ਇੱਥੇ ਖੜ੍ਹੇ ਹੋਏ ਆ, ਠੀਕ ਹੈ ਜੀ, ਆਪਣੇ ਹੱਥ ਵਿੱਚ ਬੋਲ ਹੈਗੀ ਆ। ਐਕਸ਼ਨ ਉਹ ਹੋਊਗਾ ਜਦੋਂ ਆਪਾਂ ਬੋਲ ਥਰੋ ਕਰਾਂਗੇ, ਉਹਦਾ ਰਿਐਕਸ਼ਨ ਕੀ ਹੋਊਗਾ? ਉਹਦੇ ਉਲਟ ਹੋਊਗਾ, ਪਰ ਕਦੋਂ? ਜਦੋਂ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੋਊਗਾ। ਮੰਨ ਲਓ ਇੱਥੇ ਦੀਵਾਰ ਹੈ, ਠੀਕ ਹੈ ਜੀ, ਆਪਾਂ ਬੋਲ ਦੀਵਾਰ 'ਤੇ ਸਿੱਟਤੀ, ਉਹ ਆਪਣੇ ਕੋਲ ਕੀ ਹੈ? ਓਪੋਜ਼ਿਟ ਡਾਇਰੈਕਸ਼ਨ ਦੇ ਆਪਣੇ ਕੋਲ ਵਾਪਸ ਹੀ ਆਊਗੀ, ਉਲਟੀ ਹੋ ਜਾਊਗਾ ਉਹਦਾ ਡਾਇਰੈਕਸ਼ਨ। ਦੇਖੋ ਕਿਵੇਂ, ਹੁਣ ਬੋਲ ਆਪ ਮੰਨ ਲਓ ਆ ਬੰਦੇ ਨੇ ਬੋਲ ਸਿੱਟੀ ਆ, ਬੋਲ ਸਿੱਟਤੀ ਇੱਧਰ ਨੂੰ, ਉਹਨੇ ਕੀ ਹੈ? ਉਹਨੇ ਤਾਂ ਸਿੱਟੀ ਸੀ ਕਿ ਜਿਹੜੀ ਬੋਲ ਹੈ ਇੱਧਰਲੀ ਡਾਇਰੈਕਸ਼ਨ 'ਚ ਚਲੀ ਜਾਵੇ, ਪਰ ਕੀ ਹੈ ਰਿਐਕਸ਼ਨ ਕੀ ਹੋ ਗਿਆ? ਉਲਟ ਹੋ ਗਿਆ। ਕਦੋਂ? ਜਦੋਂ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੋਇਆ, ਠੀਕ ਹੈ ਜੀ, ਇੰਨਾ ਕਲੀਅਰ ਹੈ। ਇਹਦੇ ਵਿੱਚ ਆਪਣੇ ਕੋਲ ਕੀ ਸੀ? ਜਦੋਂ ਕਿਸੇ ਸਿਸਟਮ 'ਤੇ ਕੋਈ ਬਾਹਰੀ ਬਲ ਕਿਰਿਆ ਨਹੀਂ ਕਰ ਰਿਹਾ ਤਾਂ ਉਸ ਸਿਸਟਮ ਦਾ ਕੁੱਲ ਸੰਵੇਗ ਸੁਰੱਖਿਅਤ ਰਹਿੰਦਾ ਹੈ। ਹੁਣ ਦੇਖੋ ਕਿਵੇਂ, ਜਦੋਂ ਦੇਖੋ ਬਾਹਰੋਂ ਕੋਈ ਬਲ ਨਹੀਂ ਲੱਗ ਰਿਹਾ, ਠੀਕ ਹੈ ਜੀ, ਤਾਂ ਜਿਹੜਾ ਸਿਸਟਮ ਦਾ ਕੁੱਲ ਸੰਵੇਗ ਹੈ, ਜਿਹੜੀ ਉਹਦੀ ਕਹਿ ਲਓ ਮਾਸ ਹੈ, ਪੁੰਜ ਹੈ, ਉਹ ਕੀ ਹੈ? ਸੁਰੱਖਿਅਤ ਰਹੂਗਾ। ਸੰਵੇਗ ਨਾ ਤਾਂ ਆਪਾਂ ਬਣਾ ਸਕਦੇ ਹਾਂ ਅਤੇ ਨਾ ਹੀ ਖ਼ਤਮ ਕਰ ਸਕਦੇ ਹਾਂ, ਸਿਰਫ ਦੂਸਰੀ ਵਸਤੂ ਦੇ ਵਿੱਚ ਇਹਨੂੰ ਭੇਜ ਸਕਦੇ ਹਾਂ। ਇਹਦੀ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ ਜੀ ਮੈਂ। ਮੰਨ ਲਓ ਆਪਣੇ ਕੋਲ ਬੋਲਸ ਹੈਗੀਆਂ, ਬੁੱਕ ਦੇ ਵਿੱਚ ਵੀ ਦਿੱਤੀ ਹੋਈ ਹੈ। ਬੋਲਸ ਉਹਨਾਂ ਚਿਰ ਵਿਰਾਮ ਅਵਸਥਾ ਦੇ ਵਿੱਚ ਹੈ ਜਿਹੜਾ ਇਸ ਸਿਸਟਮ ਦੇ ਵਿੱਚ ਕਾਊਂਟ ਹੋਣਗੀਆਂ ਜਦੋਂ ਇਹਨਾਂ 'ਤੇ ਬਾਹਰੀ ਬਲ ਨਹੀਂ ਲੱਗੂਗਾ, ਠੀਕ ਹੈ ਜੀ। ਹੁਣ ਦੇਖੋ ਬੋਲਸ ਹੈਗੀਆਂ ਆਪਣੇ ਕੋਲ, ਫਸਟ ਬੋਲ ਨੂੰ ਆਪਾਂ ਫੜ ਲਿਆ, ਇੱਥੇ ਲੈ ਗਏ, ਇਹਨੂੰ ਨਾਲ ਟਕਰਾਤਾ, ਜਿਹੜੀ ਇੱਥੇ ਟਕਰਾ ਗਈ ਇਹ, ਅਤੇ ਇਹ ਕੀ ਹੋ ਗਿਆ? ਇਹਨੂੰ ਪਹਿਲਾਂ ਇਹਦੇ ਨਾਲ ਟਕਰਾਤਾ, ਇਹ ਟਕਰਾਉਂਦੇ ਕਿੱਥੇ ਪਹੁੰਚ ਗਏ? ਲਾਸਟ ਵਾਲੀ ਬੋਲ 'ਤੇ। ਲਾਸਟ ਵਾਲੀ ਬੋਲ ਕੀ ਹੈ? ਆਪਣੀ ਦਿਸ਼ਾ ਚੇਂਜ ਕਰ ਲੈਂਦੀ ਹੈ ਜਾਂ ਮੋਮੈਂਟਮ ਆ ਜਾਂਦਾ ਉਹਦੇ ਵਿੱਚ ਕੀ ਹੁੰਦਾ? ਸੰਵੇਗ ਨੂੰ ਆਪਾਂ ਕੀ ਕੀਤਾ? ਫਸਟ ਬੋਲ 'ਚ ਪਹਿਲਾਂ ਟਰਾਂਸਫਰ ਕੀਤਾ ਅਤੇ ਫਿਰ ਉਹ ਕਾਹਦੇ ਵਿੱਚ ਹੋ ਗਿਆ? ਲਾਸਟ ਬੋਲ ਦੇ ਵਿੱਚ ਟਰਾਂਸਫਰ ਹੋ ਗਿਆ, ਭੇਜਿਆ ਗਿਆ। ਇੱਥੋਂ ਕੀ ਪਤਾ ਲੱਗਦਾ ਕਿ ਸੰਵੇਗ ਨੂੰ ਆਪਾਂ ਬਣਾ ਨਹੀਂ ਸਕਦੇ, ਨਾ ਹੀ ਖ਼ਤਮ ਕਰ ਸਕਦੇ ਹਾਂ, ਸਿਰਫ ਆਪਾਂ ਕੀ ਹੈ? ਦੂਸਰੀ ਵਸਤੂ ਦੇ ਵਿੱਚ ਭੇਜ ਸਕਦੇ ਹਾਂ। ਇਹਦਾ ਇੱਕ ਨਿਊਟਨ ਦੇ ਥਰਡ ਲਾਅ ਦਾ ਇੱਕ ਹੋਰ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਜਿਨ੍ਹਾਂ ਨੂੰ ਨਹੀਂ ਸਮਝ ਆਇਆ। ਦੇਖੋ ਮੰਨ ਲਓ ਆਪਣੇ ਕੋਲ ਵਾਟਰ ਹੈਗਾ, ਪਾਣੀ ਹੈ, ਠੀਕ ਹੈ ਜੀ, ਆਪਾਂ ਉਹਦੇ ਵਿੱਚ ਕੀ ਕਰਦੇ ਹਾਂ? ਮੱਗ ਆਪਾਂ ਟਰਾਈ ਕਰਕੇ ਦੇਖ ਲਿਓ ਕਰੇ। ਮੰਨ ਲਓ ਇੱਕ ਬਾਲਟੀ ਹੈ ਤੁਹਾਡੇ ਕੋਲ, ਪਾਣੀ ਵੀ ਉਹਦੇ ਵਿੱਚ ਕਾਫੀ ਸਾਰਾ ਹੈਗਾ, ਮੱਗ ਨੂੰ ਉਲਟਾ ਕਰਕੇ ਜਦੋਂ ਬਾਲਟੀ ਦੇ ਵਿੱਚ ਪਾਣੀ ਦੇ ਵਿੱਚ ਪਾਓਗੇ ਤੇਜ਼ੀ ਨਾਲ, ਠੀਕ ਹੈ ਜੀ, ਪਰ ਉਹ ਕੀ ਹੈ? ਉਨੀ ਤੇਜ਼ੀ ਦੇ ਨਾਲ ਕੀ ਹੈ? ਰਿਐਕਸ਼ਨ ਕਰੂਗਾ ਡਾਇਰੈਕਸ਼ਨ ਦੇ ਓਪੋਜ਼ਿਟ ਇਨ ਡਾਇਰੈਕਸ਼ਨ। ਕਲੀਅਰ ਹੈ ਜੀ? ਇਹਨਾਂ ਤੁਹਾਨੂੰ ਮੈਂ ਫਿਰ ਦੱਸ ਦਿੰਦਾ। ਮੰਨ ਲਓ ਤੁਸੀਂ ਪਾਣੀ, ਇੱਕ ਮੰਨ ਕੇ ਚੱਲੋ ਰੋਕਟ ਹੈ, ਰੋਕਟ ਵਾਲੀ ਐਗਜ਼ਾਮਪਲ ਦਿੱਤੀ ਹੋਈ ਹੈ ਉਹਦੇ ਬੁੱਕ ਦੇ ਵਿੱਚ। ਰੋਕਟ ਹੈ, ਜਦੋਂ ਉੱਡਣ ਲੱਗਦਾ ਉਹ ਕੀ ਕਰਦਾ? ਉਲਟ ਦਿਸ਼ਾ ਦੇ ਵਿੱਚ ਰਿਐਕਸ਼ਨ ਕਰਦਾ, ਠੀਕ ਹੈ ਜੀ, ਮਤਲਬ ਉਹ ਥੱਲੇ ਨੂੰ ਰਿਐਕਸ਼ਨ ਕਰਦਾ, ਉੱਡਣਾ ਉਹਨੇ ਉੱਪਰ ਨੂੰ ਹੈ, ਰਿਐਕਸ਼ਨ ਕੀ ਕਰਦਾ? ਉਲਟ ਦਿਸ਼ਾ ਦੇ ਵਿੱਚ। ਜਦੋਂ ਨੀਚੇ ਨੂੰ ਰਿਐਕਸ਼ਨ ਕਰਦਾ ਤਾਂ ਉਹਨੂੰ ਓਨੇ ਰਿਐਕਸ਼ਨ ਦੇ ਨਾਲ, ਓਨੀ ਫੋਰਸ ਦੇ ਨਾਲ ਜਿਹੜੀ ਹਵਾ ਉੱਪਰ ਵੱਲ ਨੂੰ ਧੱਕਦੀ ਹੈ, ਤਾਂ ਉਹ ਕੀ ਹੁੰਦਾ? ਡਾਇਰੈਕਸ਼ਨ ਦੇ ਓਪੋਜ਼ਿਟ ਹੁੰਦਾ। ਸ਼ਾਇਦ ਇੰਨਾ ਕਲੀਅਰ ਹੋ ਗਿਆ ਹੋਣਾ ਸਾਰਿਆਂ ਨੂੰ ਕਿ ਕਿਵੇਂ ਇਹ ਆਇਆ ਆਪਣੇ ਕੋਲੇ। ਤਾਂ ਇਹ ਸੀ ਆਪਣਾ ਸੈਕਿੰਡ ਜਿਹੜਾ ਚੈਪਟਰ ਸਾਰਾ, ਇਹਦੀਆਂ ਡੈਫੀਨੇਸ਼ਨਾਂ। ਜੇ ਫਿਰ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਹੋਵੇ, ਟੈਲੀਗ੍ਰਾਮ ਗਰੁੱਪ ਦੇ ਵਿੱਚ ਮੈਸੇਜ ਕਰ ਲਿਓ। ਵੈਸੇ ਮੈਨੂੰ ਲੱਗਦਾ ਸਾਰਾ ਆਪਾਂ ਚੰਗੀ ਤਰ੍ਹਾਂ ਕੰਪਲੀਟ ਕਰ ਲਿਆ, ਅਤੇ ਇਹਦੇ ਵਿੱਚੋਂ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਕਨਫਿਊਜ਼ਨ ਰਹਿਣੀ ਨਹੀਂ ਚਾਹੀਦੀ। ਜੇ ਫਿਰ ਵੀ ਕਿਸੇ ਨੂੰ ਲੱਗੇ ਤਾਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਡਿਸਕਸ਼ਨ ਕਰ ਲਿਓ ਕਿ ਸਰ ਇੱਥੋਂ ਸਾਨੂੰ ਨਹੀਂ ਸਮਝ ਆਇਆ ਤਾਂ ਪਲੀਜ਼ ਐਕਸਪਲੇਨ ਕਰ ਦਿਓ ਇੱਕ ਵਾਰੀ ਹੋਰ। ਵੈਸੇ ਮੈਂ ਪੂਰੇ ਸੌਖੇ ਤਰੀਕੇ ਨਾਲ ਹੀ ਤੁਹਾਨੂੰ ਦੱਸਿਆ। ਤਾਂ ਇਸ ਤੋਂ ਬਾਅਦ ਆਪਾਂ ਥਰਡ ਚੈਪਟਰ ਕਰਾਂਗੇ ਜਲਦੀ ਸਟਾਰਟ। ਜੇ ਸੈਕਿੰਡ ਚੈਪਟਰ ਪਸੰਦ ਆਇਆ ਹੋਵੇ ਤਾਂ ਪਲੀਜ਼ ਫੀਡਬੈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ।